दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाय। सतनाम श्री वाहेगुरु साहिब जीओ। हर जेठ जुड़ंदा लोड़िया, जिस अगै सब निवन। हर सज्जण दावण लगया, किसै ना दे बन। हर जेठ जुड़ंदा लोड़िया, जिस अगै सब निवन। हर सज्जण दावण लगया, किसै ना दे बन। माणक मोते नाम प्रभ, उन लगै नाहे सन। रंग सब नारायण, जेते मन पावन। जो हर लोड़े सो करे, सोई जिया करन। जो प्रभ कीते अपने, से कहिए है धन। आपन लिया जे मिलै, विछड़ क्यों रोवन। साधु संग परापते, नानक रंग माणन। हर जेठ रंगीला तिस तणे, जिसकै भाग मथान। साधु संग परापते, नानक रंग माणन। हर जेठ रंगीला तिस तणे, जिसकै भाग मथान। वाहेगुरु जी का खालसा, वाहेगुरु जी के फतेह। सच्चे पातशाह चबर छत्र तख्त दे मालक, किरपा दे सागर, दीना बंधु धन साहिब श्री गुरु ग्रंथ साहिब जी महाराज, हजूर दी परम दया सदका आप जी सतसंगत विच बैठ करके मनुखा जन्म दियां घड़ियां नूं सफलियां बना रहे हो। धन गुरु गोबिंद सिंह सच्चे पातशाह जी महाराज हजूर दा ज्योति जोत समाउण अस्थान तखत सचखंड श्री हजूर श्री अबचल नगर साहिब सच्चे पातशाह ने जिस समय श्री गुरु ग्रंथ साहिब सच्चे पातशाह जी नूं हजूर ने गुरियाई तख्त बख्शिश किया,
ਉਸ ਵਕਤ ਸਤਿਗੁਰੂ ਜੀ ਦਾ ਇਹ ਇਲਾਹੀ ਸ਼੍ਰੀ ਮੁਖਵਾਕ ਆਇਆ ਸੀ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਸੱਚੇ ਪਾਤਸ਼ਾਹ ਜੀ ਨੇ ਇਸ ਸ਼੍ਰੀ ਮੁਖਵਾਕ ਤੋਂ ਹਜੂਰ ਨੇ ਨਗਰ ਦਾ ਨਾਮ ਅਬਚਲ ਨਗਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰੱਖਿਆ। ਸਤਿਗੁਰੂ ਜੀ ਦਾ ਇਹ ਮਹਾਨ ਪਵਿੱਤਰ ਸਥਾਨ, ਜਿੱਥੇ ਆਪ ਦਰਸ਼ਨ ਦੀਦਾਰ ਕਰ ਰਹੇ ਹੋ, ਸੰਗਤ ਵਿੱਚ ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ, ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਮਨ ਇਕਾਗਰ ਕਰਕੇ ਸਾਧ ਸੰਗਤ ਜੀ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਐ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਜੇਠ ਦਾ ਮਹੀਨਾ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 12 ਮਾਹ ਦੀ ਆਰੰਭਤਾ ਕਰਦਿਆਂ ਹੋਇਆਂ ਸਤਿਗੁਰਾਂ ਜੀ ਨੇ ਮੰਗਲ ਰੂਪ ਪੌੜੀ ਮਹਾਰਾਜ ਉਚਾਰਨ ਕੀਤੀ। ਸਤਿਗੁਰਾਂ ਜੀ ਨੇ ਵਾਹਿਗੁਰੂ ਜੀ ਨੂੰ ਨਿਰਦੋਸ਼ ਕਥਨ ਕਰਦਿਆਂ ਹੋਇਆਂ ਇਹ ਉਪਦੇਸ਼ ਦਿੱਤਾ ਹੈ ਕਿ ਗੁਰਸਿੱਖੋ, ਜੀਵ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਾਹਿਗੁਰੂ ਤੋਂ ਵਿਛੜ ਗਿਆ ਹੈ। ਇਹ ਅਰਦਾਸ ਕਰੀਏ, ਮਹਾਰਾਜ ਸਾਨੂੰ ਆਪਣੀ ਕਿਰਪਾ ਕਰਕੇ ਮਹਾਰਾਜ ਆਪਣੇ ਚਰਨਾਂ ਨਾਲ ਮੇਲ ਲਓ। ਸਤਿਗੁਰੂ ਜੀ ਕਹਿੰਦੇ ਨੇ, 4 ਖਾਣੀਆਂ 10 ਦਿਸ਼ਾਵਾਂ ਵਿੱਚ ਅਰਦਾਸ ਕਰੋ। ਮਹਾਰਾਜ ਭਟਕਦੇ ਹੋਏ ਥੱਕ ਗਏ, ਆਪ ਦੀ ਸ਼ਰਨ ਵਿੱਚ ਆਏ ਹਾਂ। ਫਿਰ ਸਤਿਗੁਰਾਂ ਜੀ ਨੇ ਦੱਸਿਆ ਕਿ ਭਾਈ, ਜਿਵੇਂ ਦੁੱਧ ਤੋਂ ਬਿਨਾਂ ਗਾਂ ਨਹੀਂ ਕਿਸੇ ਕੰਮ ਆਉਂਦੀ, ਇਵੇਂ ਸਾਧ ਸੰਗਤ ਜੀ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਹ ਦੇਹੀ ਕਿਸੇ ਕੰਮ ਨਹੀਂ ਆਉਂਦੀ ਜੇ ਬ੍ਰਹਮਾ ਆਨੰਦ ਨਹੀਂ ਪ੍ਰਾਪਤ ਹੋਇਆ। ਫਿਰ ਸਤਿਗੁਰੂ ਜੀ ਕਹਿੰਦੇ, ਖੇਤੀ ਭਾਈ ਪਾਣੀ ਤੋਂ ਬਿਨਾਂ ਕੁਮਲਾ ਜਾਂਦੀ ਹੈ। ਉਹ ਕਿੰਨੀਆਂ ਸ਼ਰੀਰਾਂ ਰੂਪੀ ਖੇਤੀਆਂ ਵਾਹਿਗੁਰੂ ਦੇ ਨਾਮ ਜਲ ਤੋਂ ਬਿਨਾਂ ਕੁਮਲਾ ਗਈਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਇੱਕ ਸਾਧ ਸੰਗਤ ਜੀ ਖੇਤੀ ਹੁੰਦੀ ਹੈ ਜਿਹਦੇ ਨਾਲ ਦਾਮ ਰੱਸੀਆਂ ਵੀ ਬਣਾਈਆਂ ਜਾਂਦੀਆਂ ਹਨ। ਉਹਨੂੰ ਵੱਟ ਕਰਕੇ ਸੁਕਾ ਕੇ ਤੇ ਫਿਰ ਉਹਦੀ ਰੱਸੇ ਆਦਿਕ ਬਣਾਏ ਜਾਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਜਿਵੇਂ ਉਹਦੇ ਵਿੱਚੋਂ ਫਿਰ ਦਾਮ ਰੱਸੇ ਵੀ ਨਹੀਂ ਨਾ ਬਣ ਗਏ, ਜਿਹੜੀ ਕੁਮਲਾ ਹੀ ਜਾਂਦੀ, ਕਮਜ਼ੋਰ ਹੀ ਖੇਤੀ ਪੈ ਜਾਂਦੀ। ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਉਹਦੇ ਵਿੱਚੋਂ ਕੋਈ ਸਾਧਨਾ ਰੂਪੀ ਜਿਹੜੇ ਹਨ ਰੱਸੀਆਂ, ਉਹ ਵੀ ਨਹੀਂ ਮਹਾਰਾਜ ਕਹਿੰਦੇ ਪ੍ਰਾਪਤ ਹੁੰਦੀਆਂ। ਕੁਛ ਫਲ ਨਹੀਂ ਪ੍ਰਾਪਤ ਹੁੰਦਾ ਉਸ ਦੇਹ ਚੋਂ, ਜਿਹੜੀ ਦੇਹ ਵਾਹਿਗੁਰੂ ਦੇ ਪ੍ਰੀਤ ਤੋਂ ਬਿਨਾਂ ਮਹਾਰਾਜ ਕਹਿੰਦੇ ਪ੍ਰੇਮ ਜਲ ਤੋਂ ਬਿਨਾਂ ਸੁੱਕ ਗਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਭਾਈ ਵਾਹਿਗੁਰੂ ਤੋਂ ਬਿਨਾਂ ਕਿੱਥੇ ਜਾ ਕਰਕੇ ਫਿਰ ਵਿਸ਼ਰਾਮ ਟਿਕਾ ਪਾਵੇਂਗਾ ਜੀਵ। ਇਹ ਮਨੁੱਖਾ ਜਨਮ ਹੈ, ਇਹੀ ਤੈਨੂੰ ਵਾਰੀ ਮਿਲੀ ਹੈ ਪਰਮੇਸ਼ਰ ਦੇ ਨਾਲ ਅਭੇਦ ਹੋਣ ਦੀ। ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਸੁਆਮੀ ਪ੍ਰਗਟ ਨਹੀਂ ਹੁੰਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੱਠਾਂ ਦੀ ਤਰ੍ਹਾਂ ਵਕਾਰਾਂ ਦੇ ਨਾਲ ਹਿਰਦੇ ਬਲਦੇ ਰਹਿੰਦੇ ਹੈ। ਫਿਰ ਮਹਾਰਾਜ ਨੇ ਕਿਹਾ ਕਿ ਭਾਈ ਜਿਵੇਂ ਇਸਤਰੀ ਦੇ ਲਾਏ ਹੋਏ ਸਾਰੇ ਸ਼ਿੰਗਾਰ ਵਿਅਰਥ ਚਲੇ ਜਾਂਦੇ ਹੈ ਜੇ ਉਹਨੂੰ ਪਤੀ ਨਹੀਂ ਪ੍ਰਾਪਤ ਹੁੰਦਾ, ਸਾਰੇ ਹੀ ਸਾਧਨ ਕੀਤੇ ਹੋਏ ਵਿਅਰਥ ਚਲੇ ਜਾਂਦੇ ਹੈ
जे वाहिगुरू जी की प्राप्ति नहीं। सच्चे पातशाह जी कहते परमेश्वर तो भाई जिहड़े सखणे है गरीब निवास सच्चे पातशाह जी कहते है जिमें जिहड़ी इस्त्री नूं पति ना साध संगत जी रहे तो सारे सज्जण मित्र जिन्ने उहदे वास्ते जम वांग ही बन जाते हैं। कोई उन्होंने आदर नहीं दिंदा, कोई सत्कार नहीं दिंदा। जिन्होंने वाहिगुरू की साखियाता नहीं हुंदी, महाराज कहते भाई ना इस लोक विच कोई मान रहिंदा ना परलोक विच कोई सत्कार रहिंदा। सज्जण मित्र सब जमवत ही महाराज कहते दुखी प्रतीत होण लग जाते हैं। अरदास करिए सच्चे पातशाह साडी बेनती है किरपा करके महाराज सानू अपने नाल मेल लो। फिर महाराज चेत्र दे महीने विच सतगुरां ने ये बेनती करन दी जाच दस के आग्या कीती कि चेत गोविंद आराधी है। चेत्र दे महीने अंदर वाहिगुरू दी गुरसिखो आराधना करिए, संतां दी संगत विच मिल करके उहदा नाम जिहड़ा महाराज कहंदे भाई प्राप्त हुंदा है। जिन्हां ने वाहिगुरू दे ब्रह्मा आनंद नूं पा लिया ना उन्हां दा आया होया इस संसार विच गिणिया जांदा है। इन्नी प्रीत लग जाती है कि अपना जन्म ही व्यर्थ जानते जे एक खिन भी वाहिगुरू का नाम भुल जाए। सतगुरु जी कहते भाई वो सब जल थल महियल धरती आकाश सब थावां ते व्यापक है, पूर्ण हो रहा है। सच्चे पातशाह जी महाराज कहते जे उस वाहिगुरू नूं भाई नहीं साखियात कीता ते किड्डा क दुख गिणीए, गिणिया नहीं जा सकता। सत संगत जी एक आत्म पुराण ग्रंथ विच तां इवें भी जिक्र है कि जिमें जिक्र आया सी ना कि बिच्छू दे डंग मारन दा किड्डा दुख वै, उत्थे जिक्र आउंदा है कि मौत दा किन्ना क दुख गणीए। कहंदे 70,000 बिच्छू कट्ठा ही डंग मार दे ना इन्ना दुख लगदा है। मौत दा दुख महाराज कहंदे भाई गिणिया नहीं जा सकदा, वो जियां तो सहारिया नहीं जांदा। जिन्हां ने जन्म पा करके वाहिगुरू दे प्यार नूं माणिया महाराज कहंदे उन्हां दे मत्थे दे श्रोमणी भाग हन। वाहिगुरू आप दे दर्शनां नूं साडा भी मन लोचदा है, बड़ी साडे मन विच प्यास है। चेत्र दे महीने विच सतगुरु जी कहंदे भाई उन्हां महापुरुषां दे चरनी लगीए जिन्हां ने वाहिगुरू नूं प्राप्त कर लिया है, जिहड़े परमेश्वर नूं मिले है, जिन्हां ने वाहिगुरू दा स्पर्श दिता होवे। ऐसे सतपुरुषां दे चरनां नाल लग जाना चाहिदा। फिर हजूर ने वसाख दे महीने दे अंदर बख्शिश कीती कि जिन्हां दी चित्त दी बिरती परमेश्वर नालों विछड़ गई है, हजूर कहंदे उन्हां नूं धीरज नहीं आउंदी। महाराज जदों परमेश्वर तां सब दे अंदर ही है, फिर विछोड़ा काहदा पै गया। महाराज कहंदे जिन्ना प्रेम विछो, प्रेम दा विछोह पै गया, प्रेम दा विछोड़ा पै गया। हुंदियां होयां भी परमेश्वर दी छोह नहीं प्राप्त कर पाउंदे। बैठा वाहिगुरू उन्हां दे अंदर, पर वो भोगी हृदय उदास, उत्थे परमेश्वर आ साखियात है। सच्चे पातशाह जी महाराज कहंदे है जिन्हां नूं प्रेम तो विछोड़ा लग गया ना उन्हां नूं कदे धीरज नहीं आ सकदी। ये सच्चे पातशाह जी महाराज वैसाख दे महीने द्वारा फिर आखिया कि वैसाख सुहंदा तां लगा जां संत भेटा हर सोए। महाराज कहंदे भाई जे संत स्वरूप सतगुरु जी संतां महापुरखां गुरसिखां दी संगत मिल जावे ना ते फिर वैसाख दा महीना बड़ा ही शोभनीक हुंदा है। ये सच्चे पातशाह जी महाराज सत संगत जी बसंत रुत दे दो हजूर ने महीने कहे है, चेत्र ते वसाख। अगे हुण गरीखम रुत आरंभ हो रही है। गरीखम रुत दे जिहड़े हन ये 2 महीने हन साध संगत जी। गरीखम रुत अत गाखड़ी जेठ अखाड़ा काम जियो, ये बड़ी गाखड़ी है, बड़ी औखी है साध संगत जी। रुत शरीरां नूं बाहला कष्ट हुंदा है क्योंकि बाहरों जदों तपश पैंदी है, इहो जे साध संगत जी जिहड़ा है गर्मी का प्रभाव वध जांदा है, धरती भी थल्लों सेक मारन लग जाती है। जिहड़ा है धरती ते पैर नहीं पुंजे पाया जांदा, बड़ा जीव जिहड़े आ वो औख मनदे है। इसे करके महाराज आख्या कि गरीखम रुत अत गाखड़ी जेठ अखाड़ा काम जियो।
ਇਹ ਬਾਹਲਾ ਹੀ ਤਪਸ਼ ਵਾਲਾ ਮਹੀਨੇ ਨੇ ਦੋਵੇਂ। ਇਹ ਗਰੀਖਮ ਰੁੱਤ ਦੇ, ਗਰਮੀ ਦੀ ਰੁੱਤ ਦੇ 2 ਮਹੀਨੇ ਮੰਨੇ ਜਾਂਦੇ ਆ। ਤੇ ਸਾਧ ਸੰਗਤ ਜੀ, ਜਦੋਂ ਗਰਮੀ ਆਉਂਦੀ ਹੈ ਉਦੋਂ ਪ੍ਰਕਿਰਤੀ ਦਾ ਪ੍ਰਭਾਵ ਕਿਹੋ ਜਿਹਾ ਹੁੰਦਾ ਹੈ ਬਾਹਰ, ਉਹ ਸਤਿਗੁਰਾਂ ਜੀ ਨੇ ਸਾਰਾ ਲੈ ਕੇ ਮਹਾਰਾਜ ਸਾਨੂੰ ਉਪਦੇਸ਼ ਦਿੱਤਾ। ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰਦੇ ਹੈ, ਆਓ ਮਨ ਚਿਤ ਬਿਰਤੀ ਇਕਾਗਰ ਕਰਕੇ ਸਤਿਗੁਰਾਂ ਜੀ ਦਾ ਉਪਦੇਸ਼ ਸਰਵਣ ਕਰੀਏ। ਹਰ ਜੇਠ ਜੁੜਨ ਦਾ ਲੋੜੀਐ। ਸਤਿਗੁਰੂ ਜੀ ਫਰਮਾਉਂਦੇ ਹੈ ਕਿ ਜਿਹੜਾ ਜੇਠ ਦਾ ਮਹੀਨਾ ਨਾ, ਇਹਦੇ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹੈ ਕਿ ਹਰੀ ਨਾਲ ਗੁਰਸਿੱਖੋ ਜੁੜਨਾ ਲੋੜੀਏ, ਚਾਹੀਦਾ ਹੈ। ਜੇਠ ਦੇ ਮਹੀਨੇ ਵਿੱਚ ਪਰਮੇਸ਼ਰ ਨਾਲ ਜੁੜਨਾ ਚਾਹੀਏ। ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੇ ਮਹਾਰਾਜ ਕਹਿੰਦੇ ਸਾਰੇ ਹੀ ਨਿਆਉਂਦੇ ਆ, ਝੁਕਦੇ ਹੈ, ਉਸ ਪਰਮੇਸ਼ਰ ਦੇ ਮਹਾਰਾਜ ਕਹਿੰਦੇ ਨਾਲ ਜੁੜਨਾ ਚਾਹੀਦਾ ਹੈ। ਹਜੂਰ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਹਰ ਜੇਠ ਜੁੜਨ ਦਾ ਲੋੜੀਐ। ਜੇਠ ਦਾ ਅਰਥ ਸਾਧ ਸੰਗਤ ਜੀ ਹੁੰਦਾ ਵੱਡਾ। ਜਿਹੜਾ ਘਰ ਵਿੱਚ ਵੱਡਾ ਪੁੱਤਰ ਹੋਵੇ ਉਹਨੂੰ ਜੇਠਾ ਪੁੱਤਰ ਕਹਿੰਦੇ ਆ। ਤੇ ਵੱਡਾ ਕੌਣ ਹੈ? ਵੱਡਾ ਤਾਂ ਭਾਈ ਪਰਮੇਸ਼ਰ ਹੀ ਹੈ। ਜਾਂ ਸਤਿਗੁਰਾਂ ਜੀ ਨੇ ਬਾਣੀ ਵਿੱਚ ਕਿਹਾ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਸਰੂਪ ਹਨ। ਜੋ ਜੇਠ ਵੱਡਾ ਹੈ ਨਾ ਹਰੀ, ਸਤਿਗੁਰੂ ਜੀ ਕਹਿੰਦੇ ਭਾਈ ਉਸ ਪਰਮੇਸ਼ਰ ਦੇ ਨਾਲ ਜੁੜਨਾ ਲੋੜੀਏ। ਉਸ ਵਾਹਿਗੁਰੂ ਨਾਲ ਮਹਾਰਾਜ ਕਹਿੰਦੇ ਭਾਈ ਜੁੜਨਾ ਚਾਹੀਦਾ ਮਨੁੱਖਾ ਜਨਮ ਧਾਰ ਕਰਕੇ। ਜਿਸ ਅੱਗੇ ਸਭ ਨਿਵਾਨ, ਜਿਸ ਵਾਹਿਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੀਆਂ ਰੂਹਾਨੀ ਸ਼ਕਤੀਆਂ ਵੀ ਨਿਉਂਦੀਆਂ ਹਨ, ਜਿਸਮਾਨੀ ਸ਼ਕਤੀਆਂ ਵਾਲੇ ਵੀ ਸਾਰੇ ਹੀ ਨਿਆਉਂਦੇ ਆ। ਜਿਹਦੇ ਕੋਲ ਜਿੰਨੀ ਜਿੰਨੀ ਸ਼ਕਤੀ ਆ ਨਾ, ਉਹ ਸਾਧ ਸੰਗਤ ਜੀ ਸ਼ਕਤੀ ਦਾ ਸੋਮਾ ਤੇ ਪਰਮੇਸ਼ਰ ਆਪ ਵੈ। ਉਹ ਪਰਮੇਸ਼ਰ ਕੋਲੋਂ ਹੀ ਪ੍ਰਾਪਤ ਕੀਤੀਆਂ ਸਭ ਨੇ ਸ਼ਕਤੀਆਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹਦੇ ਅੱਗੇ ਭਾਈ ਸਾਰੇ ਹੀ ਝੁਕਦੇ ਆ, ਸਾਰੇ ਹੀ ਨਮਸਕਾਰਾਂ ਕਰਦੇ ਆ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ ਅੱਗੇ ਤੂੰ ਵੀ ਨਿਵੰਨ ਨਿਆਉਣਾ ਕਰ, ਤੂੰ ਵੀ ਉਸ ਦੇ ਅੱਗੇ ਝੁਕਣਾ ਕਰ। ਤੋ ਗੁਰਸਿੱਖ ਸ਼ਰਧਾ ਨਾਲ ਮਹਾਰਾਜ ਜੀ ਨੂੰ ਜਦੋਂ ਨਮਸਕਾਰ ਕਰਦੇ ਆ ਤੇ ਇਹ ਸ਼ਬਦ ਕਹਿੰਦੇ ਆ, ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਮਹਾਰਾਜ ਦੇ ਅੱਗੇ ਨਿਆਉਂਦੇ ਆ। ਫਿਰ ਕਹਿੰਦੇ ਆ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਸੱਚੇ ਪਾਤਸ਼ਾਹ ਜੀ ਦੇ ਅੱਗੇ ਬੰਦਨਾ ਕਰਦੇ ਆ, ਡੰਡਾਉਤ ਕਰਦੇ ਆ। ਸਾਧ ਸੰਗਤ ਜੀ, ਜਦੋਂ ਹਜੂਰ ਨੂੰ ਨਮਸਕਾਰ ਕਰੀਏ ਤੇ ਗੁਰਮਤ ਰਵਾਇਤ ਜੋ ਸਤਿਗੁਰਾਂ ਜੀ ਨੇ ਸਾਨੂੰ ਆਪ ਕਿਰਪਾ ਕਰਕੇ ਸਿਖਾਇਆ ਹੈ, ਗੁਰੂ ਸਾਹਿਬ ਨੂੰ ਨਮਸਕਾਰ ਕਰਦਿਆਂ ਦੋਵੇਂ ਹੱਥ ਥੱਲੇ ਲਾ ਕਰਕੇ ਤੇ ਫਿਰ ਮੱਥਾ ਵਿਚਕਾਰ ਰੱਖ ਕੇ ਸਤਿਗੁਰਾਂ ਜੀ ਨੂੰ ਨਮਸਕਾਰ ਕਰੀਦੀ ਹੈ। ਭਾਵਨਾ ਕਰੀਦੀ ਹੈ ਕਿ ਸਤਿਗੁਰਾਂ ਜੀ ਦੇ ਚਰਨ ਪਰਸ ਰਹੇ ਹਾਂ। ਜਿਹੜੀਆਂ ਤਲੀਆਂ ਟੇਢੀਆਂ ਕਰਨੀਆਂ, ਇਹ ਜਾਣੋ ਮਹਾਰਾਜ ਦੇ ਚਰਨ ਨਹੀਂ ਤੁਸੀਂ ਪਰਸਣਾ ਚਾਹੁੰਦੇ। ਤਲੀਆਂ ਪੁੱਠੀਆਂ ਤਾਂ ਭਾਈ ਮੁਸਲਮਾਨ ਲੋਕ ਦੁਆ ਮੰਗਣ ਲੱਗਿਆਂ ਕਰਦੇ ਐ, ਜਾਂ ਕਈ ਝੋਲੀ ਅੱਡ ਲੈਂਦੇ ਐ। ਸਤਿਗੁਰਾਂ ਜੀ ਦੇ ਅੱਗੇ ਤਾਂ ਦੋਏ ਕਰ ਜੋੜ ਕਰੀ ਅਰਦਾਸ। ਦੋਵੇਂ ਹੱਥ ਬਾਹਰੋਂ ਵੀ ਜੋੜਨੇ ਤੇ ਅੰਦਰੋਂ ਮਨ ਤੇ ਬੁੱਧ ਨੂੰ ਜੋੜ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਸਾਧ ਸੰਗਤ ਜੀ ਪਰਸਣਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨਾਂ ਨੂੰ ਪਰਸਦੇ ਆ ਨਾ, ਮਹਾਰਾਜ ਕਹਿੰਦੇ ਕਰ ਡੰਡਾਉਤ ਪੁੰਨ ਵੱਡਾ ਹੈ। ਬੜਾ ਵੱਡਾ ਤੈਨੂੰ ਪੁੰਨ ਲੱਗੇਗਾ, ਬੜਾ ਵੱਡਾ ਤੈਨੂੰ ਫਲ ਮਿਲੇਗਾ। ਤੇ ਭਗਤਾਂ ਨੂੰ ਪੁੱਛਿਆ, ਜੇ ਪਰਮੇਸ਼ਰ ਨੂੰ ਕੋਈ ਝੁਕਦਾ ਨਹੀਂ ਤੇ ਉਹਨੂੰ ਕੀ ਹੁੰਦਾ ਹੈ? ਫਰੀਦ ਜੀ ਨੇ ਕਿਹਾ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਕਹਿੰਦੇ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਉਹ ਕੱਟ ਕੇ ਸਿੱਟ ਦੇਣਾ ਚਾਹੀਦਾ ਸਿਰ, ਜਿਹੜਾ ਕਹਿੰਦੇ ਸਾਈਂ ਨੂੰ ਨਿਆਉਂਦਾ ਨਹੀਂ, ਝੁਕਦਾ ਨਹੀਂ। ਤੇ ਜੋ ਸਿਰ ਸਾਈਂ ਨਾ ਨਿਵੈ, ਕੱਟ ਦਿੱਤਾ। ਤੇ ਫਰੀਦ ਜੀ ਫਿਰ ਉਹਦਾ ਕਰਨਾ ਕੀ ਚਾਹੀਦਾ? ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਕੀ ਕਰੀਏ? ਕਹਿੰਦੇ ਕੁੰਨੇ ਹੇਠ ਜਲਾਈਐ, ਬਾਲਣ ਸੰਧੈ ਥਾਏ। ਬਾਲਣ ਲੱਕੜਾਂ ਕਾਹਨੂੰ ਖਰਾਬ ਕਰਨੀਆਂ, ਉਹ ਆਕੀ ਸਿਰ ਹੀ ਫੂਕ ਦੇਣੇ ਚਾਹੀਦੇ ਉਸ ਚੁੱਲ੍ਹੇ ਦੇ ਵਿੱਚ ਜਿਹੜੇ ਪਰਮੇਸ਼ਰ ਨੂੰ ਸਿਜਦਾ ਨਹੀਂ ਕਰਦੇ।
ਜਿਹੜੇ ਵਾਹਿਗੁਰੂ ਨੂੰ ਝੁਕਦੇ ਨਹੀਂ ਹਨ। ਕਿੱਡਾ ਕੁ ਵੱਡਾ ਫਲ ਵੈ ਮਹਾਰਾਜ ਕਹਿੰਦੇ ਦੱਸਿਆ ਨਹੀਂ ਜਾ ਸਕਦਾ। ਤੂੰ ਪਰਮੇਸ਼ਰ ਦੇ ਅੱਗੇ ਨਮਸਕਾਰ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਜੀ ਇਹ ਆਗਿਆ ਕੀਤੀ ਹੈ ਕਿ ਭਾਈ ਗੁਰੂਦੇਵ ਦੇ ਚਰਨ ਪਰਸਨ ਨਾਲ ਸਤਿਗੁਰ ਦਰਸ਼ਨ ਧਨ ਹੈ। ਧਨ ਧਨ ਗੁਰਸਿੱਖ ਪਰਸਣ ਆਇਆ। ਭਾਈ ਗੁਰਦਾਸ ਜੀ ਨੇ ਕਿਹਾ, ਇੱਕ ਵਾਰੀ ਕਿਹਾ ਸਤਿਗੁਰ ਦਰਸ਼ਨ ਧਨ ਹੈ, ਪਰ ਅੱਗੇ ਕਹਿੰਦੇ ਨੇ ਧਨ ਧਨ ਗੁਰਸਿੱਖ ਪਰਸਣ ਆਇਆ। 2 ਵਾਰੀ ਧਨ ਧਨ ਸ਼ਬਦ ਕਹਿ ਕੇ ਗੁਰਸਿੱਖਾ ਤੂੰ ਧਨ ਹੈ, ਕਿਉਂਕਿ ਸਤਿਗੁਰਾਂ ਜੀ ਦੇ ਦਰਸ਼ਨ ਤਾਂ ਧਨਤਾ ਦੇ ਯੋਗ ਹੈ ਨਹੀਂ, ਕਿਉਂਕਿ ਆਪ ਨਿਰੰਕਾਰ ਨੇ, ਆਪ ਪਰਮੇਸ਼ਰ ਨੇ। ਉਹ ਗੁਰਸਿੱਖ ਵੀ ਧਨ ਹੀ ਹਨ ਜਿਹੜੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਪਰਸਣ ਵਾਸਤੇ ਆਉਂਦੇ ਹੈ। ਉਹਨਾਂ ਦਾ ਸਾਧ ਸੰਗਤ ਜੀ ਇਹ ਮਨੁੱਖਾ ਜਨਮ ਵੀ ਧਨ ਹੋ ਜਾਂਦਾ ਜਿਹੜੇ ਸਤਿਗੁਰਾਂ ਜੀ ਦੇ ਦਰਸ਼ਨ ਪਰਸਦੇ ਹੈ। ਮਹਾਰਾਜ ਜੀ ਨੂੰ ਮੱਥਾ ਟੇਕਣ ਦਾ ਕਿੱਡਾ ਕੁ ਵੱਡਾ ਫਲ ਹੁੰਦਾ ਹੈ। ਇਹ ਸਲਾਰਦੀਨ ਕਾਜੀ ਨੇ ਪੁੱਛਿਆ ਸੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ। ਸਤਿਗੁਰੂ ਜੀ ਨੂੰ ਕਹਿੰਦਾ ਸੀ, ਜਿਵੇਂ ਕਰਮਾਂ ਦਾ ਪਿੱਛੇ ਮਹਾਰਾਜ ਜੀ ਨੇ ਕਿਹਾ ਨਾ ਕਿ ਕਿਰਤ ਕਰਮ ਕੇ ਵਿਛੜੇ, ਇਹਦੇ ਨਾਲ ਵੀ ਪ੍ਰਕਰਨ ਮਿਲਦਾ ਹੈ। ਸਤਿਗੁਰੂ ਜੀ ਨੂੰ ਕਹਿੰਦਾ ਮਹਾਰਾਜ ਤੁਹਾਨੂੰ ਮੱਥਾ ਟੇਕਦੇ ਐ ਸਾਰੇ, ਆਪ ਜੀ ਜੋ ਕੋਈ ਮੰਗਦਾ ਉਹਨੂੰ ਉਹ ਬਖਸ਼ਿਸ਼ ਕਰ ਦਿੰਦੇ ਹੋ। ਤੇ ਮਹਾਰਾਜ ਮੇਰਾ ਇੱਕ ਪ੍ਰਸ਼ਨ ਹੈ। ਸਤਿਗੁਰੂ ਜੀ ਕਹਿੰਦੇ ਦੱਸ ਭਈ ਕਾਜੀ ਸਾਹਿਬ ਕੀ ਤੁਹਾਡਾ ਪ੍ਰਸ਼ਨ ਹੈ? ਕਹਿੰਦਾ ਮਹਾਰਾਜ ਜੇ ਤਾਂ ਅੱਲਾ ਨੇ ਇਹਨਾਂ ਦੇ ਕਰਮਾਂ 'ਚ ਲਿਖਿਆ ਹੋਇਆ ਪਹਿਲਾਂ ਹੀ ਮਿਲਣੀ ਹੈ ਉਹਨਾਂ ਨੂੰ ਦਾਤ, ਤੇ ਮਹਾਰਾਜ ਤੁਹਾਡਾ ਕਥਨ ਕਰਨਾ ਤੇ ਫਿਰ ਝੂਠ ਹੀ ਹੈ ਨਾ, ਕਿਉਂਕਿ ਉਹਨਾਂ ਨੂੰ ਤਾਂ ਮਿਲਣੀ ਹੈ ਦਾਤ। ਤੇ ਜੇ ਮਹਾਰਾਜ ਨਹੀਂ ਮਿਲਣੀ, ਕਰਮਾਂ 'ਚ ਨਹੀਂ ਲਿਖੀ ਹੋਈ, ਤੇ ਫਿਰ ਤੁਸੀਂ ਅੱਲਾ ਦੇ ਹੁਕਮ ਵਿੱਚ ਅਦੂਲੀ ਕਰਦੇ ਹੋ। ਇਹ ਮਹਾਰਾਜ ਮੇਰਾ ਪ੍ਰਸ਼ਨ ਹੈ ਮਨ ਦਾ। ਤੋ ਸਾਧ ਸੰਗਤ ਜੀ ਦਾਨਾ ਸੀ ਕਾਜੀ, ਉਹਨੇ ਮਨ ਦਾ ਸ਼ੰਕਾ ਮਹਾਰਾਜ ਕੋਲ ਪ੍ਰਗਟ ਕੀਤਾ। ਹਜੂਰ ਮੁਸਕਰਾਉਂਦਿਆਂ ਹੋਇਆਂ ਕਹਿੰਦੇ ਕਾਜੀ ਸਾਹਿਬ ਤੇਰਾ ਪ੍ਰਸ਼ਨ ਬਹੁਤ ਚੰਗਾ ਹੈ, ਤੂੰ ਜੋ ਸੋਚਿਆ ਜੋ ਵਿਚਾਰਿਆ ਹੈ ਬਹੁਤ ਤੇਰਾ ਪ੍ਰਸ਼ਨ ਜਿਹੜਾ ਇਹ ਯੋਗ ਹੈ। ਤੈਨੂੰ ਇਹਦਾ ਉੱਤਰ ਦਿੰਨੇ ਆ ਕਿ ਕਿਉਂ ਸਾਨੂੰ ਮੱਥਾ ਟੇਕਦੇ ਆ ਤੇ ਸਾਡੇ ਅੱਗੇ ਨਿਆਉਣ ਦਾ ਫਲ ਕੀ ਹੈ। ਆਪ ਗੁਰੂ ਨਾਨਕ ਸਾਹਿਬ ਜੀ ਦਾ 10ਵਾਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੇ ਸਤਿਗੁਰੂ ਨਾਲ ਸਾਧ ਸੰਗਤ ਜੀ ਸਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਇਤਿਹਾਸ ਵਿੱਚ, ਤੇ ਅੱਜ ਨਾਸਤਿਕ ਕਹਿੰਦੇ ਆ ਮੱਥਾ ਟੇਕਣ ਨਾਲ ਕੀ ਮਿਲਦਾ ਹੈ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਕੁਛ ਪਰਮੇਸ਼ਰ ਦੇ ਅੱਗੇ ਝੁਕ ਜਾਓ ਜਿਹਦੇ ਅੱਗੇ ਸਮਸਤ ਸ਼ਕਤੀਆਂ ਝੁਕਦੀਆਂ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 10ਵਾਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਗਿਆ ਕੀਤੀ ਕਾਰਦਾਰ ਨੂੰ। ਮਹਾਰਾਜ ਕਹਿੰਦੇ ਭਾਈ ਸਿੰਘਾ ਜਾ ਅੰਦਰੋਂ ਮੋਰ ਲੈ ਆਇਆ ਸਿੰਘ ਮੋਰ, ਸਤਿਗੁਰਾਂ ਜੀ ਨੇ ਦਿਖਾਈ ਮੋਰ। ਮਹਾਰਾਜ ਕਹਿੰਦੇ ਸਲਾਰਦੀਨ ਕਾਜੀ ਕੀ ਲਿਖਿਆ ਇਸ ਦੇ ਉੱਪਰ? ਫਾਰਸੀ ਵਿੱਚ ਲਿਖਿਆ ਹੋਇਆ ਸੀ, ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਮਹਾਰਾਜ ਨੂੰ ਕਹਿੰਦਾ ਸਤਿਗੁਰੂ ਪੜ੍ਹਿਆ ਨਹੀਂ ਜਾਂਦਾ, ਅੱਖਰ ਪੁੱਠੇ ਹੈ, ਪਤਾ ਨਹੀਂ ਕੀ ਲਿਖਿਆ ਹੈ, ਕਿਉਂਕਿ ਮੋਹਰ ਦੇ ਉੱਤੇ ਅੱਖਰ ਪੁੱਠੇ ਹੁੰਦੇ। ਮਹਾਰਾਜ ਜੀ ਨੇ ਤੇ ਸਮੇਂ ਸਿਆਹੀ ਤੇ ਠੱਪਾ ਲਾ ਕੇ ਕਾਗਜ਼ ਦੇ ਉੱਤੇ ਜਦੋਂ ਲਾਤਾ ਨਾ ਉਹਦਾ ਠੱਪਾ, ਮਹਾਰਾਜ ਕਹਿੰਦੇ ਪੜ੍ਹ ਸਲਾਰਦੀਨ ਕੀ ਲਿਖਿਆ ਹੈ? ਬੜੀ ਸਹਿਜ ਹੀ ਪੜ੍ਹ ਗਿਆ। ਕਹਿੰਦਾ ਮਹਾਰਾਜ ਹੁਣ ਤਾਂ ਪੜ੍ਹਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਕੀ ਗੱਲ ਵੈ? ਕਹਿੰਦਾ ਮਹਾਰਾਜ ਪਹਿਲਾਂ ਅੱਖਰ ਪੁੱਠੇ ਸੀ ਹੁਣ ਸਿੱਧੇ ਐ, ਸਿੱਧੀ ਜੀ ਇਹ ਗੱਲ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਲਾਰਦੀਨ ਕਾਜੀ ਜਦੋਂ ਸਾਡੇ ਅੱਗੇ ਕੋਈ ਮੱਥਾ ਲਾ ਦਿੰਦਾ ਨਾ ਆ ਕੇ, ਸਤਿਗੁਰੂ ਜੀ ਕਹਿੰਦੇ ਫਿਰ ਅਸੀਂ ਉਹਦੇ ਲੇਖ ਪੁੱਠੇ ਤੋਂ ਸਿੱਧੇ ਕਰ ਦਿੰਦੇ ਹਾਂ। ਜੇ ਉਸ ਨੂੰ ਕੋਈ ਦੁੱਖ ਤੇ ਤਕਲੀਫ ਹੋਵੇ, ਮਹਾਰਾਜ ਕਹਿੰਦੇ ਉਹਦੇ ਪੁੱਠੇ ਲੇਖ ਅਸੀਂ ਸਿੱਧੇ ਕਰ ਦਿੰਦੇ ਹਾਂ, ਦੁੱਖ ਤੇ ਤਕਲੀਫ ਕੱਟ ਦਿੰਦੇ ਹਾਂ। ਜਿਵੇਂ ਪੁੱਠੇ ਅੱਖਰ ਮੋਹਰ ਦੇ ਸਿੱਧੇ ਹੋ ਗਏ ਨਾ ਕਾਗਜ਼ ਤੇ ਲਾਉਣ ਨਾਲ, ਇਵੇਂ ਪੂਰਨ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੀਏ ਨਾ ਤੇ ਸਾਧ ਸੰਗਤ ਜੀ ਪੁੱਠੇ ਜਿਹੜੇ ਆ ਨਾ ਕਰਮ, ਪੁੱਠੇ ਲੇਖ ਉਹ ਵੀ ਸਿੱਧੇ ਹੋ ਜਾਂਦੇ ਆ। ਐਡਾ ਵੱਡਾ ਫਲ ਮਿਲਦਾ ਹੈ। ਸ਼ਰਧਾ ਨਾਲ ਗੁਰਸਿੱਖ ਭਾਵਨਾ ਨਾਲ ਜਦੋਂ ਮੱਥਾ ਟੇਕਦੇ ਆ ਤੇ ਉਹਦਾ ਫਲ ਨਹੀਂ ਦੱਸਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਨਾਲ ਜੁੜਨਾ ਲੋੜੀਏ ਜਿਹਦੇ ਅੱਗੇ ਮਹਾਰਾਜ ਕਹਿੰਦੇ ਭਾਈ ਸਾਰੇ ਹੀ ਨਿਆਉਂਦੇ ਆ, ਸਾਰੇ ਹੀ ਝੁਕਦੇ ਆ। ਇਸੇ ਪ੍ਰਕਾਰ ਹੀ ਹਰ ਜੇਠ ਜੁੜਨ ਦਾ ਲੋੜੀਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੇਠ ਦੇ ਮਹੀਨੇ ਦੁਆਰਾ ਪਰਮੇਸ਼ਰ ਦੇ ਨਾਲ ਜੁੜਨਾ ਲੋੜੀਏ। ਜੇਠ ਦਾ ਅਰਥ ਸਾਧ ਸੰਗਤ ਜੀ ਵੱਡਾ ਹੈ।
ਤੇ ਸਾਰੇ ਸਾਧਨਾਂ ਵਿੱਚੋਂ ਜਿਹੜਾ ਹੈ ਨਾ ਉਹ ਜੇਠ ਬੈਰਾਗ ਸਾਧਨ ਵੱਡਾ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ। ਜਦੋਂ ਪਰਮੇਸ਼ਰ ਨਾਲ ਜੁੜਨਾ ਲੋੜੀਏ ਨਾ ਤਾਂ ਮਹਾਰਾਜ ਕਹਿੰਦੇ ਭਾਈ ਜੇਠ ਬੈਰਾਗ ਦੁਆਰਾ ਪਰਮੇਸ਼ਰ ਨਾਲ ਜੁੜਨਾ ਲੋੜੀਏ, ਕਿਉਂਕਿ ਜੇ ਬੈਰਾਗ ਨਹੀਂ ਨਾ ਉਤਪੰਨ ਹੁੰਦਾ ਤੇ ਫਿਰ ਪਰਮੇਸ਼ਰ ਨਾਲ ਜੁੜਿਆ ਨਹੀਂ ਜਾ ਸਕਦਾ। ਜਿਹੜਾ ਸਾਧ ਸੰਗਤ ਜੀ ਬੈਰਾਗ ਹੈ ਨਾ, ਐਵੇਂ ਵਿਦਵਾਨਾਂ ਨੇ 9 ਪ੍ਰਕਾਰ ਦਾ ਵੈਰਾਗ ਮੰਨਿਆ ਹੋਇਆ ਹੈ। ਇੱਕ ਤਾਂ ਕਾਰਨ ਵੈਰਾਗ ਹੈ, ਇੱਕ ਮੰਦ ਵੈਰਾਗ ਹੈ, ਇੱਕ ਸਾਧ ਸੰਗਤ ਜੀ ਵਿਤਰੇਕ ਵੈਰਾਗ ਹੈ, ਇੱਕ ਇੰਦਰੀ ਵੈਰਾਗ ਹੈ। ਇਸ ਪ੍ਰਕਾਰ ਇਹ ਸਾਧ ਸੰਗਤ ਜੀ ਇੱਕ ਤੀਬਰ ਵੈਰਾਗ ਹੈ ਤੇ ਇੱਕ ਤਮ ਵੈਰਾਗ ਹੈ, ਇੱਕ ਤਰ ਤੀਬਰ ਵੈਰਾਗ ਹੈ ਤੇ ਇੱਕ ਤਰ ਤੀਬਰ ਤਰ ਤਮ ਵੈਰਾਗ ਹੈ। ਇਸ ਪ੍ਰਕਾਰ ਯਪ ਤਮ ਵੈਰਾਗ ਹੈ, ਇੱਕ ਗਧਾ ਵੈਰਾਗ ਵੀ ਹੈ, ਘੋੜਾ ਵੈਰਾਗ ਵੀ ਹੈ, ਸ਼ੇਰ ਵੈਰਾਗ ਵੀ ਹੈ। ਇਹ ਵੈਰਾਗ ਇਸ ਪ੍ਰਕਾਰ ਕਈ ਪ੍ਰਕਾਰ ਦੇ ਮੰਨੇ ਜਾਂਦੇ ਹੈ ਤੇ ਜਿਹੜਾ ਹੈ ਉਹ ਸੰਖੇਪ ਮਾਤਰ ਹੀ। ਜਿਹੜਾ ਕਾਰਨ ਵੈਰਾਗ ਹੈ ਨਾ, ਉਹ ਕਿਸੇ ਕਾਰਨ ਨੂੰ ਲੈ ਕਰਕੇ, ਜਿਵੇਂ ਭਰਥਰੀ ਨੂੰ ਵੈਰਾਗ ਹੋ ਗਿਆ ਸੀਗਾ। ਉਹ ਕਿਵੇਂ ਵੈਰਾਗ ਹੋਇਆ ਸੀਗਾ? ਕੋਈ ਸਾਧ ਸੰਗਤ ਜੀ ਸਾਧੂ ਮਹਾਤਮਾ ਉਹਦੀ ਤਪੱਸਿਆ ਤੇ ਖੁਸ਼ ਹੋ ਕਰਕੇ ਨਾ ਕਿਸੇ ਦੇਵਤੇ ਨੇ ਉਹਨੂੰ ਜਿਹੜਾ ਸੀ ਨਾ ਅਮਰ ਫਲ ਦਿੱਤਾ, ਜਿਹਨੂੰ ਛਕ ਕਰਕੇ ਤੇ ਫਿਰ ਸਾਧ ਸੰਗਤ ਜੀ ਸਰੀਰ ਨਰੋਆ ਹੋ ਜਾਂਦਾ ਤੇ ਰੋਗ ਨਹੀਂ ਲੱਗਦਾ ਹੈ। ਤੇ ਮਹਾਂਪੁਰਖ ਨੇ ਮਨ ਵਿੱਚ ਸੋਚਿਆ, ਸਾਧੂ ਨੇ ਸੋਚਿਆ ਕਿ ਜਿਹੜਾ ਸਾਡਾ ਰਾਜਾ ਭਰਥਰੀ ਹੈ ਬੜਾ ਧਰਮੀ ਹੈ ਤੇ ਰਾਜੇ ਨੂੰ ਦਈਏ ਫਲ, ਰਾਜਾ ਨਿਆਂਕਾਰੀ ਹੈ। ਉਹ ਲੈ ਕਰਕੇ ਮਹਾਤਮਾ ਉਹਦੇ ਅੰਦਰ ਜਿਹੜਾ ਸੀ ਵੈਰਾਗ ਸੀ, ਆਪ ਨਾ ਉਹਨੇ ਖਾਧਾ ਤੇ ਭਰਥਰੀ ਜੀ ਨੂੰ ਲਿਆ ਕੇ ਦਿੱਤਾ ਕਿ ਭਰਥਰੀ ਲੈ, ਤੂੰ ਰਾਜ ਬੜਾ ਨਿਆਂਕਾਰੀ ਕਰਦਾ, ਬੜਾ ਧਰਮੀ ਰਾਜ ਚਲਾਇਆ, ਤੂੰ ਇਹ ਅਮਰ ਫਲ ਖਾ ਲੈ। ਰਾਜਾ ਜਿਹੜਾ ਭਰਥਰੀ ਸੀ ਉਹਦਾ ਹੀ ਆਪਣੀ ਪਿੰਗਲਾ ਰਾਣੀ ਦੇ ਅੰਦਰ ਬੜੀ ਪ੍ਰੀਤੀ ਸੀਗੀ। ਉਹਨੇ ਲੈ ਕਰਕੇ ਫਲ ਤੇ ਆਪਣੀ ਰਾਣੀ ਨੂੰ ਦੇਤਾ ਕਿ ਲੈ ਰਾਣੀ ਤੂੰ ਫਲ ਖਾ ਲੈ, ਜਵਾਨੀ ਵਾਲੀ ਅਵਸਥਾ ਬਣੀ ਰਹੇਗੀ। ਤੇ ਜਦੋਂ ਪਿੰਗਲਾ ਨੂੰ ਫਲ ਦੇਤਾ ਤੇ ਪਿੰਗਲਾ ਨੇ, ਜਿਹਦੀ ਸਾਧ ਸੰਗਤ ਜੀ ਅੱਗੇ ਮਹਾਵਤ ਦੇ ਨਾਲ ਜਿਹੜੀ ਸੀਗੀ ਇਸ ਪ੍ਰਕਾਰ ਉਹਦੇ ਸੰਬੰਧ ਸਨ, ਆਪਣੇ ਪਤੀ ਨੂੰ ਛੱਡ ਕਰਕੇ ਮਹਾਵਤ ਦੇ ਉੱਤੇ ਮੰਦ ਨਿਗਾਹ ਉਸ ਰੱਖੀ ਹੋਈ ਸੀ। ਉਸ ਨੇ ਉਸ ਮਹਾਵਤ ਨੂੰ, ਜਿਹੜਾ ਹਾਥੀ ਨੂੰ ਚਲਾਵੇ ਨਾ, ਉਹਨੂੰ ਮਹਾਵਤ ਕਿਹਾ ਜਾਂਦਾ ਹੈ, ਤੇ ਉਹਨੂੰ ਦੇਤਾ ਅੱਗੇ ਪਿੰਗਲਾ ਰਾਣੀ ਨੇ ਕਿ ਲੈ ਤੂੰ ਖਾ ਲੈ, ਵਕਾਰ ਭੋਗਣ ਦੀ ਇੱਛਾ ਕਰਕੇ। ਤੇ ਉਹ ਅੱਗੇ ਫਿਰ ਜਿਹੜਾ ਸੀਗਾ ਮਹਾਵਤ, ਉਹ ਵੇਸਵਾ ਕੋਲ ਵੀ ਜਾਂਦਾ ਸੀਗਾ। ਉਹ ਫਲ ਲੈ ਕਰਕੇ ਵੇਸਵਾ ਕੋਲ ਚਲੇ ਗਿਆ। ਉਹਨੂੰ ਕਹਿੰਦਾ ਲੈ ਤੂੰ ਫਲ ਖਾ ਲੈ ਤੇ ਇਹ ਫਲ ਖਾ ਕਰਕੇ ਤੇ ਤੂੰ ਵਿਸ਼ੇ ਆਨੰਦ ਭੋਗਿਆ ਕਰ। ਜਿਹੜੀ ਵੇਸਵਾ ਸੀ ਉਹਦੇ ਮਨ ਵਿੱਚ ਜਿਹੜਾ ਖਿਆਲ ਆਇਆ, ਵਿਸ਼ਿਆਂ ਤੋਂ ਘਿਰਣਾ ਕਰ ਚੁੱਕੀ ਸੀਗੀ ਕਿ ਇਸ ਜ਼ਿੰਦਗੀ ਤੋਂ ਤਾਂ ਮੈਨੂੰ ਅੱਗੇ ਗਲਾਨ ਆਉਂਦੀ ਹੈ, ਇਹ ਅਮਰ ਫਲ ਤਾਂ ਕਿਸੇ ਬੰਦਗੀ ਵਾਲੇ ਨੂੰ ਚਾਹੀਦਾ ਕਿ ਉਹ ਖਾ ਕੇ ਤੇ ਭਜਨ ਕਰੇ, ਤੇ ਤੂੰ ਕੀ ਆਪਣੀ ਉਮਰ ਵਧਾ ਕੇ ਕਰਨੀ ਹੈ। ਤੇ ਵੇਸਵਾ ਜਿਹੜੀ ਸੀ ਉਹ ਮਹਾਤਮਾ ਨੂੰ ਜਾਣਦੀ ਸੀ। ਉਹਨੇ ਸੋਚਿਆ ਕਿ ਚੱਲ ਉਸ ਮਹਾਂਪੁਰਸ਼ ਨੂੰ ਦਈਏ ਫਲ ਜਾ ਕਰਕੇ। ਉਹ ਫਲ ਘੁੰਮ ਕੇ ਫਿਰ ਉਸੇ ਹੀ ਸਾਧੂ ਕੋਲ ਆ ਗਿਆ। ਉਹਨੇ ਭੇਟ ਕੀਤਾ, ਕਹਿੰਦੀ ਮਹਾਰਾਜ ਆ ਫਲ ਛਕੋ ਤੁਸੀਂ ਤੇ ਬੰਦਗੀ ਕਰਿਆ ਕਰੋ, ਮੈਂ ਕੀ ਕਰਨਾ ਹੈ ਖਾ ਕੇ। ਸਾਧੂ ਬੜਾ ਆਸ਼ਚਰਜ ਹੋਇਆ, ਦਿੱਤਾ ਤਾਂ ਭਰਥਰੀ ਨੂੰ ਸੀ ਤੇ ਵੇਸਵਾ ਰਾਹੀਂ ਘੁੰਮ ਕੇ ਫਿਰ ਮੇਰੇ ਕੋਲ ਹੀ ਆ ਗਿਆ। ਉਹ ਕਹਿਣ ਲੱਗਾ ਚੰਗਾ ਕੋਈ ਗੱਲ ਨਹੀਂ, ਫਲ ਲੈ ਕੇ ਤੇ ਭਰਥਰੀ ਕੋਲ ਸਿੱਧਾ ਗਿਆ। ਕਹਿਣ ਲੱਗਾ ਰਾਜਾ ਫਲ ਤਾਂ ਤੈਨੂੰ ਦਿੱਤਾ ਸੀ, ਪਰ ਇਹ ਮੇਰੇ ਕੋਲ ਵੇਸਵਾ ਲੈ ਕੇ ਆ ਗਈ ਹੈ। ਕਹਿੰਦਾ ਵੇਸਵਾ ਕੋਲ ਕਿਵੇਂ ਚਲੇ ਗਿਆ? ਮੈਂ ਤਾਂ ਆਪਣੀ ਇਸਤਰੀ ਨੂੰ ਦਿੱਤਾ ਸੀ, ਨਾ ਮੁਮਕਿਨ ਹੈ। ਕਹਿੰਦਾ ਆਹ ਫਲ ਹੈ ਮੇਰੇ ਹੱਥ ਵਿੱਚ, ਫਲ ਮੇਰੇ ਹੱਥ ਵਿੱਚ ਕਹਿੰਦਾ ਪਕੜਿਆ ਹੋਇਆ, ਮੈਨੂੰ ਵੇਸਵਾ ਨੇ ਦਿੱਤਾ ਲਿਆ ਕਰਕੇ, ਤੂੰ ਹੁਣ ਆਪ ਹੀ ਪਤਾ ਕਰਾ ਲੈ ਕਿ ਵੇਸਵਾ ਕੋਲ ਕਿਵੇਂ ਚਲੇ ਗਿਆ। ਭਰਥਰੀ ਨੇ ਤੇ ਸਮੇਂ ਜਾ ਕਿਹਾ ਕਿ ਵੇਸਵਾ ਨੂੰ ਲਿਆਓ ਪਕੜ ਕੇ। ਵੇਸਵਾ ਨੂੰ ਲਿਆਂਦਾ ਗਿਆ। ਵੇਸਵਾ ਡਰਦੀ ਬਕ ਪਈ ਕਿ ਮੈਨੂੰ ਮਹਾਵਤ ਨੇ ਦਿੱਤਾ ਹੈ। ਜਦੋਂ ਮਹਾਵਤ ਨੂੰ ਪਕੜ ਕਰਕੇ ਜਿਹੜਾ ਸੀ ਰਾਜੇ ਨੇ ਤਾੜਿਆ ਤੇ ਮਹਾਵਤ ਨੇ ਦੱਸ ਦਿੱਤਾ ਕਿ ਮੈਨੂੰ ਤੇਰੀ ਰਾਣੀ ਪਿੰਗਲਾ ਨੇ ਦਿੱਤਾ ਹੈ। ਤੇ ਰਾਜੇ ਭਰਥਰੀ ਨੂੰ ਉਸ ਸਮੇਂ ਬੈਰਾਗ ਹੋ ਗਿਆ। ਕਹਿਣ ਲੱਗਾ ਉਹ ਜਿਸ ਰਾਣੀ ਵਿੱਚ ਮੈਂ ਇੰਨੀ ਪ੍ਰੀਤ ਕਰਦਾ, ਇੰਨਾ ਮੋਹ ਕਰਦਾ, ਉਹ ਮੇਰੇ ਤੋਂ ਬਿਨਾਂ ਕਿਸੇ ਹੋਰ ਵਿੱਚ ਵੀ ਪ੍ਰੇਮ ਕਰਦੀ ਹੈ। ਇਹ ਸਰੀਰ ਇਹੋ ਜਿਹਾ ਪ੍ਰੇਮ ਵਾਲਾ, ਗਲਾਨ ਆ ਗਈ ਉਹਨੂੰ ਵਿਸ਼ਿਆਂ ਤੋਂ। ਤੇ ਭਰਥਰੀ ਨੇ ਇਹ ਕਾਰਨ ਲੈ ਕਰਕੇ
ਰਾਣੀ ਨੂੰ ਵਿਭਚਾਰਨ ਜਾਣ ਕਰਕੇ ਨਾ ਤੇ ਭਰਥਰੀ ਨੇ ਫਿਰ ਸਾਰਾ ਹੀ ਰਾਜ ਭਾਗ ਛੱਡ ਦਿੱਤਾ ਸੀ। ਤੇ ਫਿਰ ਸਾਧ ਸੰਗਤ ਜੀ ਗੋਰਖਨਾਥ ਨੂੰ ਗੁਰੂ ਧਾਰਨ ਕਰਕੇ ਤੇ ਇਸ ਨੇ ਜਿਹੜਾ ਸੀਗਾ ਫਿਰ ਇਹ ਜੋਗ ਮਤ ਨੂੰ ਧਾਰਨ ਕਰਕੇ ਤੇ ਪਰਮੇਸ਼ਰ ਦੀ ਸਾਖਿਆਤਤਾ ਕੀਤੀ। ਤੇ ਜਦੋਂ ਇਹ ਜਿਹੜਾ ਕਾਰਨ ਵਿਰਾਗ ਹੁੰਦਾ ਹੈ ਨਾ, ਇਹ ਵੀ ਡੋਲ ਜਾਂਦਾ ਹੈ। ਭਰਥਰੀ ਵੀ ਡੋਲ ਗਿਆ ਸੀਗਾ, ਉਹਦਾ ਵੀ ਜ਼ਿਕਰ ਆਉਂਦਾ ਹੈ। ਜਿਹੜਾ ਸਾਧ ਸੰਗਤ ਜੀ ਤਰ ਤੀਬਰ ਤਰ ਤਮ ਵੈਰਾਗ ਹੈ ਨਾ, ਇਹ ਨਹੀਂ ਡੋਲਦਾ। ਜਿਹੜਾ ਤੀਬਰ ਵਿਰਾਗ ਹੈ ਇੱਥੇ ਵੀ ਡੋਲਣ ਦੀ ਅਵਸਥਾ ਮੁੱਕ ਜਾਂਦੀ ਹੈ, ਤਰ ਤਮ ਵੈਰਾਗ ਵੀ ਨਹੀਂ ਡੋਲਦਾ। ਪਰ ਜਿਹੜਾ ਕਾਰਨ ਵਿਰਾਗ ਹੈ ਨਾ, ਇਹ ਡੋਲ ਜਾਂਦਾ ਹੈ। ਭਰਥਰੀ ਦੇ ਡੋਲਣ ਦਾ ਜ਼ਿਕਰ ਆਉਂਦਾ ਹੈ ਕਿ ਭਰਥਰੀ ਦੇ ਮਨ ਵਿੱਚ ਖਿਆਲ ਆ ਗਿਆ ਕਿ ਮਨਾ ਸਾਰੀ ਉਮਰ ਬਰਕਤੀ 'ਚ ਕੱਢ ਛੜੀ ਹੈ, ਕਿੱਥੇ ਏਡੇ ਰਾਜੇ ਸਾਂ, ਸੁੱਖ ਆਨੰਦ ਭੋਗਦੇ ਸਾਂ ਰਾਜ ਭਾਗ ਦਾ, ਤੇ ਚੱਲੀਏ ਵਾਪਸ। ਫਿਰ ਜਦੋਂ ਇਸਤਰੀ ਦੇ ਵਿਸ਼ੇ ਸੁੱਖਾਂ ਨੇ ਸਤਾਇਆ ਤੇ ਭਰਥਰੀ ਫਿਰ ਵਾਪਸ ਤੁਰ ਪਿਆ। ਜਦੋਂ ਤੁਰ ਪਿਆ ਤੇ ਕਹਿੰਦੇ ਅੱਗੇ ਰਾਸ ਪਈ ਹੋਈ ਸੀਗੀ, ਤੇ ਰਾਸ ਦੇ ਵਿੱਚ ਨਾ ਜਿਹੜੇ ਗਾਉਣ ਬੌਲੇ ਸੀ ਤੇ ਇੱਕ ਨੱਚਣ ਵਾਲੀ, ਤੇ ਉਹ ਰਾਜਾ ਉੱਥੇ ਰਾਸ ਪਵਾਈ ਬੈਠਾ, ਰਾਜਾ ਵੀ ਵੇਖ ਰਿਹਾ, ਉਹਦਾ ਪੁੱਤਰ ਵੀ ਵੇਖ ਰਿਹਾ, ਉਹਦੀ ਧੀ ਵੀ ਵੇਖ ਰਹੀ ਹੈ, ਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੈ। ਭਰਥਰੀ ਵੀ ਉੱਥੇ ਜਾ ਖਲੋਇਆ ਤੇ ਵੇਖਣ ਲੱਗ ਪਿਆ ਉਹਨਾਂ ਦਾ ਨਾਚ ਗਾਣਾ, ਕਿਉਂਕਿ ਮਨ ਜੂ ਉਧਰ ਨੂੰ ਹੋ ਗਿਆ ਤੇ ਕਾਰਨ ਵਿਰਾਗ ਜਿਹੜਾ ਸੀ ਉਹ ਡੋਲ ਗਿਆ ਫਿਰ। ਤੇ ਜਦੋਂ ਉੱਥੇ ਪੈਸਾ ਕਿਸੇ ਨਾ ਚੜਾਇਆ ਤੇ ਜਿਹੜਾ ਤਾਲ ਵਜਾਉਣ ਵਾਲਾ ਸੀ ਨਾ, ਉਹਦਾ ਤਾਲ ਉਖੜਨ ਲੱਗ ਪਿਆ। ਜਦੋਂ ਤਾਲ ਤੋਂ ਉਖੜਨ ਲੱਗ ਪਿਆ ਤੇ ਇਸ ਸਮੇਂ ਜਿਹੜੀ ਗਾਉਣ ਵਾਲੀ ਸੀ ਉਹ ਕਹਿਣ ਲੱਗੀ, ਬਹੁਤੀ ਗਈ ਥੋੜੀ ਰਹੀ, ਥੋੜੀ ਵੀ ਫੁਨ ਜਾਏ, ਗਾਇ ਕਹੇ ਵਾਇਕਾ ਤਾਲ ਮੈਂ ਭੰਗ ਨਾ ਪਾਏ। ਉਹਨੇ ਤਾਂ ਕਿਹਾ ਵੀ ਰਾਤ, ਕਿਉਂਕਿ ਅੰਮ੍ਰਿਤ ਵੇਲਾ ਹੋ ਗਿਆ ਸੀ, ਬਹੁਤੀ ਰਾਤ ਲੰਘ ਗਈ ਸੀ। ਕਹਿੰਦੀ ਬਹੁਤੀ ਗਈ ਥੋੜੀ ਰਹੀ, ਥੋੜੀ ਰਾਤ ਰਹਿ ਗਈ ਹੈ, ਥੋੜੀ ਵੀ ਫੁਨ ਜਾਏ, ਤੇ ਥੋੜੀ ਵੀ ਚਲੇ ਜੇਗੀ। ਤੇ ਉਹ ਕਹਿੰਦੀ ਹੁਣ ਤਾਲ 'ਚ ਭੰਗ ਨਾ ਪਾ, ਤਾਲ ਤੋਂ ਨਾ ਉਖੜ, ਤਾਲ ਨਾ ਜਿਹੜਾ ਖਰਾਬ ਵਜਾ। ਜਦੋਂ ਇਹ ਕਿਹਾ ਨਾ, ਉਸੇ ਸਮੇਂ ਰਾਜੇ ਦੇ ਪੁੱਤਰ ਨੇ ਮਾਇਆ ਮੋਹਰਾਂ ਭੇਟ ਕਰ ਦਿੱਤੀਆਂ। ਰਾਜੇ ਦੀ ਲੜਕੀ ਨੇ ਬੜੀਆਂ ਮੋਹਰਾਂ ਸਿੱਟੀਆਂ ਤੇ ਭਰਥਰੀ ਨੇ ਵੀ ਆਪ ਦੀ ਗੋਦੜੀ ਲਾ ਕੇ ਰੱਖਤੀ। ਤੋ ਬੜੇ ਹੈਰਾਨ ਹੋਇਆ ਰਾਜਾ ਕਿ ਪਹਿਲਾਂ ਕਿਸੇ ਨੇ ਕੁਛ ਨਹੀਂ ਦਿੱਤਾ, ਹੁਣ ਝੱਟ ਸਭ ਨੇ ਉਹਨੇ ਸੱਦ ਲਏ ਸਾਰੇ। ਕਹਿਣ ਲੱਗੇ ਵੀ ਪਹਿਲਾਂ ਤਾਂ ਉਹਨੂੰ ਗਾਇਕਾਂ ਨੂੰ ਪੁੱਛਿਆ ਕਿ ਤੂੰ ਇਹ ਬੋਲਿਆ ਕਿ ਕਿਹੜੇ ਕਾਰਨ ਕਰਕੇ ਬੋਲਿਆ ਗੀਤ ਦੇ ਵਿੱਚ ਹੀ। ਉਹ ਕਹਿਣ ਲੱਗੀ ਕਿ ਹੁਣ ਇਹ ਤਾਲ ਤੋਂ ਉਖੜਦਾ ਜਾਂਦਾ ਸੀ, ਮੈਂ ਕਿਹਾ ਕਿ ਬਹੁਤੀ ਬੀਤੀ ਰਾਤ ਤਾਂ ਬਹੁਤੀ ਬੀਤ ਗਈ ਹੈ, ਥੋੜੀ ਰਹੀ ਥੋੜੀ ਰਹਿ ਗਈ ਹੈ, ਤੇ ਥੋੜੀ ਭੀ ਫੁਨ ਜਾਏ, ਇਹ ਵੀ ਬੀਤ ਹੀ ਜਾਣੀ ਹੈ, ਤੇ ਤਾਲ 'ਚ ਕਿਉਂ ਨੂੰ ਭੰਗ ਪਾਉਣਾ ਹੁਣ। ਉਹਨੇ ਆਪਣਾ ਦੱਸਿਆ ਕਾਰਨ। ਤੇ ਜਿਹੜਾ ਉਹ ਪੁੱਤਰ ਸੁਣ ਰਿਹਾ ਸੀਗਾ ਉਹਨੂੰ ਕਹਿੰਦਾ ਵੀ ਤੂੰ ਮੋਹਰਾਂ ਦਿੱਤੀਆਂ, ਪਹਿਲਾਂ ਕਿਉਂ ਨਹੀਂ ਦਿੱਤੀਆਂ, ਹੁਣ ਦਿੱਤੀਆਂ। ਕਹਿੰਦਾ ਮੈਂ ਅੱਜ ਇਰਾਦਾ ਬਣਾ ਲਿਆ ਸੀ ਪਿਤਾ ਤੈਨੂੰ ਮਾਰਨ ਦਾ, ਕਿ ਤੂੰ ਮੈਨੂੰ ਰਾਜ ਨਹੀਂ ਦਿੰਦਾ, ਬੁੱਢਾ ਹੋ ਗਿਆ ਤੇ ਰਾਜ ਮੈਨੂੰ ਤੂੰ ਦਿੰਦਾ ਨਹੀਂ, ਤੇ ਮੇਰਾ ਮਨ ਸੀ ਤੇਰਾ ਕਤਲ ਕਰਕੇ ਰਾਜ ਗੱਦੀ ਤੇ ਬੈਠਾ। ਤੇ ਮੈਨੂੰ ਇੱਥੋਂ ਸਿੱਖਿਆ ਮਿਲੀ ਹੈ ਕਿ ਤੇਰੀ ਉਮਰ ਬਹੁਤੀ ਬੀਤ ਗਈ ਹੈ, ਥੋੜੀ ਰਹਿ ਗਈ ਹੈ, ਇਹ ਵੀ ਲੰਘ ਹੀ ਜਾਏਗੀ, ਮਨਾ ਕਾਹਨੂੰ ਪਿਓ ਦੇ ਕਤਲ ਦਾ ਪਾਪ ਸਿਰ ਖੱਟਣਾ ਹੈ। ਇਸ ਕਰਕੇ ਮੈਨੂੰ ਸਿੱਖਿਆ ਮਿਲੀ ਹੈ ਤੇ ਮੈਂ ਮੋਹਰਾਂ ਭੇਟ ਕਰ ਦਿੱਤੀਆਂ। ਆਪਣੀ ਲੜਕੀ ਨੂੰ ਕਹਿੰਦਾ ਹੈ ਕਿ ਤੂੰ ਕਿਉਂ ਮੋਹਰਾਂ ਦਿੱਤੀਆਂ। ਕਹਿੰਦੀ ਪਿਤਾ ਉਮਰ ਮੇਰੀ ਵੱਡੀ ਹੋ ਗਈ, ਤੂੰ ਮੈਨੂੰ ਵਿਆਹੁੰਦਾ ਨਹੀਂ ਸੀਗਾ, ਤੇ ਅੱਜ ਮੈਂ ਇਰਾਦਾ ਬਣਾਇਆ ਸੀ ਘਰੋਂ ਭੱਜ ਜਾਣਾ। ਤੇ ਜਦੋਂ ਇਹਨਾਂ ਨੇ ਦੱਸਿਆ ਤੇ ਫਿਰ ਮੇਰੇ ਮਨ 'ਚ ਆਇਆ ਕਿ ਬਹੁਤੀ ਉਮਰ ਹੁਣ ਮੇਰੀ ਬੀਤ ਗਈ ਹੈ, ਥੋੜੀ ਰਹਿ ਗਈ ਹੈ, ਉਹ ਵੀ ਲੰਘ ਜਾਏਗੀ, ਪਿਤਾ ਦੀ ਇੱਜ਼ਤ ਨੂੰ ਕਾਹਨੂੰ ਦਾਗ ਲਾਉਣਾ। ਤੇ ਰਾਜੇ ਦੇ ਮਨ ਵਿੱਚ ਵੀ ਆਇਆ, ਉਹਨੇ ਫਿਰ ਆਪਣੇ ਪੁੱਤਰ ਨੂੰ ਰਾਜ ਦੇਤਾ ਤੇ ਲੜਕੀ ਨੂੰ ਵਿਆਹ ਦਿੱਤਾ। ਰਾਜੇ ਨੂੰ ਵੀ ਸਮਝ ਪੈ ਗਈ ਤੇ ਕਹਿਣ ਲੱਗੇ ਅੱਛਾ ਤੁਸਾਂ ਤੇ ਭਈ ਸਾਰਿਆਂ ਨੇ ਇਹ ਗੱਲ ਕੀਤੀ ਹੈ, ਤੇ ਆ ਫਕੀਰ ਨੂੰ ਪੁੱਛੀਏ ਜਿਹੜਾ ਸਾਧੂ ਹੈ ਕਿ ਤੂੰ ਕਿਉਂ ਆਪਣੀ ਗੋਦੜੀ ਲਾ ਕੇ ਦੇਤੀ ਹੈ। ਤੇ ਇਸ ਸਮੇਂ ਭਰਥਰੀ ਜੀ ਨੂੰ ਪੁੱਛਿਆ ਵੀ ਭਰਥਰੀ ਤੂੰ ਕਿਉਂ ਆਪਣੀ ਗੋਦੜੀ ਲਾ ਕੇ ਦਿੱਤੀ ਹੈ। ਕਹਿੰਦਾ ਮੈਂ ਜੋਗ ਤੋਂ ਡੋਲ ਚੱਲਿਆ ਸਾਂ ਤੇ ਮੈਨੂੰ ਸਿੱਖਿਆ ਮਿਲੀ ਹੈ ਕਿ ਹੁਣ ਉਮਰ ਬਹੁਤੀ ਬੀਤ ਗਈ ਹੈ, ਥੋੜੀ ਰਹਿ ਗਈ ਹੈ, ਤੇ ਇਹ ਵੀ ਤਾਂ ਲੰਘ ਹੀ ਜਾਣੀ ਹੈ, ਹੁਣ ਕਾਹਨੂੰ ਫਿਰ ਪਿੱਛੇ ਨੂੰ ਵਿਰਾਗ ਭੰਗ ਕਰਕੇ ਤੇ ਫਿਰ ਮਹਿਲਾਂ ਦੇ ਸੁੱਖਾਂ ਵੱਲ ਨੂੰ ਤੁਰਦਾ। ਨਹੀਂ ਹੁਣ ਇਸੇ ਉਮਰ 'ਚ ਹੀ ਪਰਮੇਸ਼ਰ ਦੀ ਸਾਖਿਆਤਤਾ ਕਰੀਏ। ਫਿਰ ਭਰਥਰੀ ਨੂੰ ਵਿਰਾਗ ਪੱਕਾ ਹੋਇਆ ਸੀ। ਸਾਧ ਸੰਗਤ ਜੀ ਇਹ ਕਾਰਨ ਵਿਰਾਗ ਹੈ, ਕਿਸੇ ਕਾਰਜ ਨੂੰ ਲੈ ਕਰਕੇ ਮਨ ਦੇ ਅੰਦਰ ਵਿਰਾਗ ਉਤਪੰਨ ਹੋ ਜਾਣਾ।
ਤੇ ਜਿਹੜਾ ਮੰਦ ਵਿਰਾਗ ਹੈ ਨਾ, ਇਹ ਸਾਧ ਸੰਗਤ ਜੀ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ। ਜਦੋਂ ਮਨ ਦੇ ਅੰਦਰ ਉਹ ਦੱਸਿਆ ਹੈ, ਨਾਰ ਮਰੈ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ। ਇਸਤਰੀ ਚੜ੍ਹਾਈ ਕਰ ਜੇ ਘਰ ਦੀ ਸੰਪਦਾ ਨਾਸ਼ ਹੋ ਜੇ, ਕਹਿੰਦੇ ਜਗਤ ਮਿਥਿਆ ਹੈ। ਸੰਨਿਆਸੀ ਬਣ ਜਾਂਦੇ ਹੈ ਤੇ ਬੜਾ ਜ਼ਿਆਦਾ ਬਾਹਰੋਂ ਭੇਖ ਧਾਰਨ ਕਰ ਲੈਂਦੇ ਹੈ, ਵਿਰਾਗ ਤਾਂ ਅੰਦਰ ਹੁੰਦਾ ਨਹੀਂ। ਫਿਰ ਸਾਧ ਸੰਗਤ ਜੀ ਉਹੋ ਜਿਹੀ ਜਦੋਂ ਲਿਬਾਸ ਸਾਧੂਆਂ ਵਾਲਾ ਪਾ ਲਿਆ ਤੇ ਜਦੋਂ ਜਾ ਕਰਕੇ ਸੰਸਾਰ ਦੇ ਅੰਦਰ ਵਿਚਰਦੇ ਹੈ, ਅੰਦਰ ਸਾਧਪੁਣਾ ਹੁੰਦਾ ਨਹੀਂ, ਪਰ ਬਾਹਰੋਂ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਹੈ। ਵੇਖ ਵੇਖ ਕਰਕੇ ਮਾਈ ਮੰਗਤ ਤ੍ਰਿਆ ਲੁਭਾਵੈ, ਇਸਤਰੀ ਕਹਿ ਕਰਕੇ, ਮਾਤਾ ਕਹਿ ਕੇ ਮੰਗਦੇ ਹੈ ਤੇ ਇਸਤਰੀ ਕਹਿ ਕੇ ਵੇਖ ਕੇ ਲੁਭਾਏ ਮਾਨ ਹੁੰਦੇ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮੰਦ ਵਿਰਾਗ ਹੈ। ਆਪਦੀ ਘਰਵਾਲੀ ਨੂੰ ਛੱਡ ਕਰਕੇ ਕਈ ਕਈ ਚੇਲੀਆਂ ਬਣਾ ਲੈਂਦੇ ਆ, ਫਿਰ ਉਹੋ ਹੀ ਵਿਕਾਰਾਂ ਵਿੱਚ ਓਨੇ ਹੀ ਜ਼ਿਆਦੇ ਮਹਾਰਾਜ ਕਹਿੰਦੇ ਖੁੱਭ ਜਾਂਦੇ ਆ। ਮੰਦ ਵਿਰਾਗ ਕਦੇ ਵੀ ਕਾਇਮ ਨਹੀਂ ਰਹਿੰਦਾ ਹੈ। ਫਿਰ ਸਾਧ ਸੰਗਤ ਜੀ ਜਿਹੜਾ ਯਤੋਤਮ ਵਿਰਾਗ ਹੈ ਨਾ, ਇਹਦੇ ਨਾਲ ਕਿ ਇਹ ਵਿਰਾਗ ਐਸਾ ਹੈ ਕਿ ਸੱਚ ਨੂੰ, ਵਸਤੂ ਨੂੰ ਗ੍ਰਹਿਣ ਕਰਦੇ ਰਹਿਣਾ ਤੇ ਅਸਤ ਵਸਤੂ ਦਾ ਤਿਆਗ ਕਰਦੇ ਰਹਿਣਾ। ਸਦਾ ਹੀ ਮਨ ਦੇ ਅੰਦਰ ਇਹ ਖਿਆਲ ਰੱਖਣਾ ਕਿ ਸਤ ਪਦਾਰਥ ਕੀ ਹੈ ਤੇ ਸਤ ਪਦਾਰਥ ਨੂੰ ਗ੍ਰਹਿਣ ਕਰਨਾ, ਅਸਤ ਪਦਾਰਥ ਦਾ ਸਦਾ ਤਿਆਗ ਕਰਨਾ। ਜਿਹੜਾ ਇੰਦਰੇ ਵਿਰਾਗ ਹੈ ਨਾ, ਇੰਦਰੇ ਵਿਰਾਗ ਹੈ ਕਿ ਆਪਣੀਆਂ ਇੰਦਰੀਆਂ ਨੂੰ ਸਾਧ ਸੰਗਤ ਜੀ ਦਮਨ ਕਰ ਲੈਣਾ। ਵਿਸ਼ੇ ਵਿਕਾਰ ਅੰਦਰ ਹੋਣੇ ਪਰ ਫਿਰ ਵੀ ਇੰਦਰੀਆਂ ਦੇ ਉੱਤੇ ਵਸੀਕਾਰ ਕਰਨਾ। ਅੱਖਾਂ ਕਰਕੇ ਵੇਖਣਾ ਨਾ, ਕੰਨਾਂ ਕਰਕੇ ਨਿੰਦਾ ਚੁਗਲੀ ਸੁਣਨੀ ਨਾ, ਜੀਭਾ ਕਰਕੇ ਬੁਰਾ ਬੋਲਣਾ ਨਾ, ਪੈਰਾਂ ਕਰਕੇ ਮੰਦੇ ਥਾਂ ਤੇ ਚੱਲ ਕੇ ਜਾਣਾ ਨਾ, ਹੱਥਾਂ ਕਰਕੇ ਬੁਰਾ ਕਰਮ ਨਾ ਕਰਨਾ। ਇਹਨੂੰ ਇੰਦਰੇ ਵਿਰਾਗ ਕਹਿੰਦੇ ਆ। ਫਿਰ ਵਿਤਰੇਕ ਵਿਰਾਗ ਹੁੰਦਾ ਹੈ, ਆਪਣੇ ਅੰਦਰ ਨਿਰਣਾ ਕਰਨਾ। ਜਦੋਂ ਅਭਿਆਸ ਕਰਦੇ ਆ ਨਾ ਅਭਿਆਸੀ, ਉਦੋਂ ਇਹ ਵਿਤਰੇਕ ਵਿਰਾਗ ਪ੍ਰਗਟ ਹੋ ਜਾਂਦਾ ਹੈ ਤੇ ਉਹ ਫਿਰ ਨਿਰਣਾ ਕਰਦੇ ਆ ਕਿ ਮੇਰੇ ਅੰਦਰ ਕਿੰਨੇ ਕੁ ਵਿਰਾਗ ਰਹਿ ਗਏ ਆ ਤੇ ਕਿੰਨੇ ਕੁ ਮੈਂ ਮਾਰ ਲਏ ਆ। ਇਸ ਤਰ੍ਹਾਂ ਉਹ ਆਪਣੇ ਮਨ ਦੇ ਅੰਦਰ ਜਿਹੜਾ ਨਿਰਣਾ ਕਰਦੇ, ਇਹਨੂੰ ਵਿਤਰੇਕ ਵਿਰਾਗ ਕਹਿੰਦੇ ਆ। ਫਿਰ ਸਾਧ ਸੰਗਤ ਜੀ ਜਿਵੇਂ ਜਿਹੜਾ ਮਨ ਹੈ ਨਾ ਸਾਡਾ, ਜਦੋਂ ਅਸੀਂ ਕੋਈ ਵੀ ਚੀਜ਼ ਛਕਦੇ ਹਾਂ, ਉਸ ਜਿਸ ਭਾਂਡੇ ਵਿੱਚ ਛਕੀਏ ਤੇ ਉਹ ਸਾਧ ਸੰਗਤ ਜੀ ਭਾਂਡਾ ਝੂਠਾ ਹੋ ਜਾਂਦਾ ਹੈ ਨਾ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਫਿਰ ਇਹ ਵਿਰਾਗ ਆਉਂਦਾ ਨਾ, ਉਹ ਜਾਣ ਲੈਂਦੇ ਆ ਕਿ ਜਿਹੜਾ ਵਿਸ਼ਿਆਂ ਦਾ ਫੁਰਨਾ ਵੀ ਆਉਣਾ ਨਾ, ਇਹ ਕਈ ਸੋਚਦੇ ਕਿ ਫੁਰਨਾ ਆਉਣ ਨਾਲ ਕੀ ਹੋਊਗਾ। ਮਹਾਰਾਜ ਕਹਿੰਦੇ ਮਨ ਝੂਠਾ ਹੋ ਜਾਂਦਾ ਹੈ। ਉਸੇ ਵੇਲੇ ਮਨ ਜਿਹੜਾ ਉਹ ਮਲੀਨ ਹੋ ਜਾਂਦਾ ਜਦੋਂ ਮੰਦ ਵਾਸ਼ਨਾ ਵਾਲਾ ਕੋਈ ਵੀ ਫੁਰਨਾ ਅੰਦਰ ਆਵੇ। ਇਹ ਸਾਧ ਸੰਗਤ ਜੀ ਫਿਰ ਜਦੋਂ ਤੀਬਰ ਵਿਰਾਗ ਪੈਦਾ ਹੁੰਦਾ ਨਾ, ਸੰਸਾਰ ਦੇ ਸਾਰੇ ਪਦਾਰਥ ਜਿੱਥੇ ਜਾ ਕਰਕੇ ਨਾਸ਼ਵੰਤ ਦਿਸਣ ਲੱਗ ਪੈਂਦੇ, ਉਹਨੂੰ ਤੀਬਰ ਵਿਰਾਗ ਕਹਿੰਦੇ ਆ। ਤਮ ਵਿਰਾਗ ਉਹਨੂੰ ਕਹਿੰਦੇ ਆ ਜਿੱਥੇ ਸਾਧ ਸੰਗਤ ਜੀ ਫਿਰ ਪਰਲੋਕ ਦੇ ਵੀ ਸੁੱਖਾਂ ਦੀ ਇੱਛਾ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ। ਤਰ ਤੀਬਰ ਤੇ ਤਰ ਤਮ ਵਿਰਾਗ ਉਹਨੂੰ ਕਹਿੰਦੇ ਆ ਕਿ ਧਰਤੀ ਤੋਂ ਲੈ ਕੇ ਬ੍ਰਹਮਾ ਤੱਕ ਦੇ ਸਾਰੇ ਜਿੰਨੇ ਸੁੱਖ ਵੈ, ਬ੍ਰਹਮਾ ਨੂੰ ਸੁੱਖ ਥੋੜਾ ਨਹੀਂ ਹੁੰਦਾ, ਰਾਜਿਆਂ ਦਾ ਸੁੱਖ ਥੋੜਾ ਨਹੀਂ ਹੁੰਦਾ, ਉਹ ਸਾਰੇ ਸੁੱਖ ਜਿਹੜੇ ਆ ਕਾਕ ਵਿਸ਼ਟਾ ਦੀ ਤਰ੍ਹਾਂ ਜਿਹੜੇ ਆ ਉਹ ਪ੍ਰਤੀਤ ਹੋਣ ਲੱਗ ਪੈਂਦੇ। ਇਹ ਸਾਧ ਸੰਗਤ ਜੀ ਫਿਰ ਜਿਹੜਾ ਗਧਾ ਵਿਰਾਗ ਜ਼ਿਕਰ ਆਉਂਦਾ ਹੈ, ਕਈਆਂ ਨੂੰ ਨਾ ਪੁੱਛਦੇ ਹੁੰਦੇ ਆ, ਬਾਬਾ ਜੀ ਮੈਨੂੰ ਕਥਾ ਕੀਰਤਨ ਸੁਣਨ ਲੱਗਿਆਂ ਬੜਾ ਵਿਰਾਗ ਆਉਂਦਾ, ਨਿਤਨੇਮ ਕਰਦਿਆਂ ਬੜਾ ਵਿਰਾਗ ਆਉਂਦਾ, ਇਹ ਕਿਉਂ ਆਉਂਦਾ ਹੈ? ਇਹ ਪੁੱਛਦੇ ਆ ਵੀ ਇਹਦਾ ਕਾਰਨ ਕੀ ਹੈ। ਤੇ ਕਥਾ ਕੀਰਤਨ ਸੁਣਨ ਲੱਗਿਆਂ ਤਾਂ ਵਿਰਾਗ ਕਰਦੇ ਆ ਤੇ ਨਿਤਨੇਮ ਕਰਦਿਆਂ ਕਹਿੰਦੇ ਵਿਰਾਗ ਆਉਂਦਾ ਹੈ, ਪਰ ਸ਼ਾਮ ਨੂੰ ਜਦੋਂ ਕਿਸੇ ਪਾਰਟੀ ਦੇ ਉੱਤੇ ਢੋਲ ਵੱਜ ਰਿਹਾ ਹੁੰਦਾ, ਉੱਥੇ ਭੰਗੜਾ ਵੀ ਪੂਰਾ ਪਾ ਰਹੇ ਹੁੰਦੇ ਆ, ਨਾਚ ਗਾਣਿਆਂ 'ਚ ਵੀ ਪੂਰੇ ਮਸਤ ਹੁੰਦੇ ਆ। ਇਹ ਗਧਾ ਵਿਰਾਗ ਹੁੰਦਾ ਹੈ, ਸਵੇਰੇ ਆਇਆ ਸੀ ਤੇ ਸ਼ਾਮ ਨੂੰ ਲੱਥ ਵੀ ਗਿਆ। ਮਹਾਰਾਜ ਕਿਹਾ ਕਿ ਭਾਈ ਗਧੋ ਚੰਦਨ ਖੌਲੀਏ ਭੀ ਸਾਹੂ ਸਿਉ ਪਾਣ। ਜਿਹੜਾ ਗਧਾ ਹੈ ਨਾ, ਉਹਨੂੰ ਚੰਦਨ ਨਾਲ ਖੌਲੀਏ, ਲਬੇੜ ਦੀਏ ਨਾ ਚੰਗੀ ਤਰ੍ਹਾਂ, ਭਾਵ ਚੰਦਨ ਮਲ ਮਲ ਕੇ ਉਹਨੂੰ ਨਵਾਈਏ ਤੇ ਭੀ ਸਾਹੂ ਸਿਉ ਪਾਣ, ਉਹਦੀ ਪ੍ਰੀਤੀ ਸਵਾਹ ਪਾਉਣ 'ਚ ਹੀ ਹੁੰਦੀ ਆ। ਫਿਰ ਸਵਾਹ ਤੇ ਜਾ ਕਰਕੇ ਲੇਟਦਾ। ਜਿੰਨਾ ਮਰਜੀ ਉਦੋਂ ਸਾਧ ਸੰਗਤ ਜੀ ਕੀ ਹੈ ਕਿ ਵਿਰਾਗ ਕਹਿੰਦੇ ਸਾਨੂੰ ਆ ਗਿਆ, ਬੜਾ ਮਨ ਸਾਡਾ ਜਿਹੜਾ ਹੈ ਉਹ ਸੰਸਾਰ ਵੱਲੋਂ ਉਲਟ ਗਿਆ। ਜਰਾ ਕਿ ਜਦੋਂ ਵੇਖਦੇ ਆ ਕਿ ਢੋਲ ਟਮੱਕਾ ਵੱਜਦਾ ਹੈ, ਗਿੱਧਾ ਭੰਗੜਾ ਝੱਟ ਹੀ ਉੱਥੇ
ਵੇਖਣ ਵਾਲੇ ਵੀ ਹੈਰਾਨ ਹੁੰਦੇ ਆ ਵੀ ਇਹ ਗੁਰਦੁਆਰੇ ਸਾਹਿਬ ਤਾਂ ਬੜਾ ਕਥਾ ਕੀਰਤਨ ਸੁਣਦੇ ਆ, ਨਿਤਨੇਮ ਕਰਦੇ ਬੜਾ, ਫੜ ਕੇ ਗੁਟਕਾ ਸਾਹਿਬ ਤੇ ਨਿਤਨੇਮ ਕਰਦੇ ਆ, ਬੜਾ ਅੱਖਾਂ ਚੋਂ ਨੀਰ ਵੀ ਬਹਾਉਂਦੇ ਆ, ਤੇ ਹੁਣ ਇਹਨਾਂ ਦੀ ਅੱਡੀ ਪੁੰਜੇ ਨਹੀਂ ਲੱਗਦੀ, ਭੰਗੜਾ ਵੀ ਬੜਾ ਪਾਉਂਦੇ ਆ, ਗਿੱਧਾ ਵੀ ਬੜਾ ਪਾਉਂਦੇ ਆ। ਗੱਲ ਕੀ ਹੈ? ਇਹ ਸਾਧ ਸੰਗਤ ਜੀ ਗਦਾ ਬਰਾਗ ਹੁੰਦਾ ਹੈ, ਕਿਉਂਕਿ ਉਹ ਕਾਇਮ ਨਹੀਂ ਰਹਿੰਦਾ ਹੈ, ਕਦੇ ਕੁਛ ਤੇ ਕਦੇ ਕੁਛ। ਇਸ ਪ੍ਰਕਾਰ ਉਹ ਗਧੇ ਵਾਲੀ ਹਾਲਤ ਹੈ, ਕਿਉਂਕਿ ਉਹਨੂੰ ਜਿੰਨਾ ਮਰਜ਼ੀ ਚੰਦਨ ਲਾ ਦਿਓ, ਮਹਾਰਾਜ ਕਿੰਨਾ ਮਰਜ਼ੀ ਆਪ ਦਾ ਸਪਰਸ਼ ਦੇਣ, ਉਹ ਵਿਰਾਗ ਆਉਣਾ ਠੀਕ ਹੀ ਹੁੰਦਾ, ਪਰ ਉਸ ਨੂੰ ਕਾਇਮ ਨਹੀਂ ਰੱਖ ਪਾਉਂਦੇ। ਜਿੱਥੇ ਵਿਸ਼ਿਆਂ ਵਿਕਾਰਾਂ ਰੂਪੀ ਸਵਾਹ ਵੇਖਦੇ ਐ, ਉੱਥੇ ਮਨ ਰੂਪੀ ਗਧਾ ਝਾਟੀ ਫਿਰ ਲੇਟਣ ਲੱਗ ਪੈਂਦਾ, ਉਹ ਵਿਰਾਗ ਭੁੱਲ ਹੀ ਜਾਂਦਾ ਸਾਰਾ। ਤੇ ਇਉਂ ਕਈ ਸਾਧ ਸੰਗਤ ਜੀ ਬਾਹਰਲਿਆਂ ਦੇਸ਼ਾਂ ਵਿੱਚ ਉਹ ਪੁੱਛਦੇ ਹੁੰਦੇ ਆ ਜੀ ਸਾਨੂੰ ਇਹ ਵਿਰਾਗ ਕਾਹਤੋਂ ਆਉਂਦਾ? ਤੇ ਜਦੋਂ ਸਾਧ ਸੰਗਤ ਜੀ ਬਾਜ਼ਾਰਾਂ ਵਿੱਚ ਕਿਤੇ ਉਹ ਦਿਸ ਪੈਣ ਤੇ ਗੋਰੇ ਗੋਰੀਆਂ ਨੂੰ ਮਾਤ ਪਾਈ ਹੁੰਦੀ ਹੈ, ਕੱਪੜੇ ਇਹੋ ਜਿਹੇ ਭੈੜੇ ਪਾਏ ਹੁੰਦੇ ਆ, ਵੀ ਤੁਹਾਨੂੰ ਵਿਰਾਗ ਜਿਹੜਾ ਹੈ ਉਹ ਸਾਧ ਸੰਗਤ ਜੀ ਪਿਆਰ ਹੋਵੇ ਵਾਹਿਗੁਰੂ ਦੇ ਨਾਲ, ਤੇ ਫਿਰ ਸਾਦਗੀ ਵਾਲਾ ਲਿਬਾਸ ਤੇ ਸਾਦਗੀ ਵਾਲਾ ਜੀਵਨ ਚਾਹੀਦਾ ਹੈ। ਇਹ ਵਿਰਾਗ ਸਦਾ ਕਾਇਮ ਨਹੀਂ ਰਹਿੰਦਾ ਹੈ, ਜਿਹੜਾ ਗਧਾ ਵਿਰਾਗ ਹੈ। ਤੇ ਗਧਾ ਵਿਰਾਗ ਇਹ ਵੀ ਕਹਿੰਦੇ ਆ, ਜਿਵੇਂ ਸਾਧ ਸੰਗਤ ਜੀ ਗਧਾ ਘਰੋਂ ਨਿਕਲ ਜੇ ਨਾ ਤੇ ਆਪਣੇ ਆਪ ਹੀ ਫਿਰ ਜਿਹੜਾ ਕਹਿੰਦੇ ਉਹ ਘੁਮਿਆਰ ਦੇ ਘਰ ਦੇ ਅੱਗੇ ਹੀ ਆ ਕੇ ਫਿਰ ਖਲੋਤਾ ਹੁੰਦਾ ਹੈ। ਜਿਹਨੂੰ ਗਧਾ ਵਿਰਾਗ ਆਉਂਦਾ ਨਾ, ਉਹ ਘਰੋਂ ਤੁਰਤੇ ਜਾਂਦੇ ਆ ਇੱਕ ਵਾਰੀ ਕਿ ਮੈਨੂੰ ਸ਼ਾਇਦ ਪਿੱਛੇ ਲੈਣ ਆਉਣਗੇ, ਘਰ ਵਾਲੀ ਵੀ ਉਹੋ ਜਿਹੀ ਹੁੰਦੀ, ਚੰਗਾ ਦਫਾ ਹੋ ਜਾ ਜਿੱਥੇ ਜਾਣਾ, ਤੇ ਆਪੇ ਹੀ ਸ਼ਾਮ ਨੂੰ ਫਿਰ ਮੁੜ ਉੱਥੇ ਹੀ ਖਲੋਤੇ ਹੁੰਦੇ ਆ। ਤੇ ਇਉਂ ਉਹ ਗਧਾ ਵਿਰਾਗ ਲੱਥ ਜਾਂਦਾ ਹੈ, ਉਹੋ ਜਿਹਾ ਵਿਰਾਗ ਰਹਿੰਦਾ ਨਹੀਂ ਹੈ। ਤੇ ਜਿਹੜਾ ਘੋੜਾ ਵਿਰਾਗ ਹੈ, ਇਹ ਸਾਧ ਸੰਗਤ ਜੀ ਘੋੜਾ ਇੱਕ ਵਾਰੀ ਨਿਕਲ ਜੇ ਨਾ ਤੇ ਕਹਿੰਦੇ ਫਿਰ ਉਹਨੂੰ ਪਿੱਛੇ ਜਾ ਕੇ ਫੜ ਤੜ ਕੇ ਹੀ ਲਿਆਉਣਾ ਪੈਂਦਾ, ਫਿਰ ਉਹਨੂੰ ਜ਼ਬਰਦਸਤੀ ਫੜ ਕੇ ਕਾਠੀ ਪਾ ਕੇ ਫਿਰ ਉਹਦੇ ਤੇ ਚੜ ਕੇ ਉਹਨੂੰ ਲਿਆ ਘਰੇ ਬੰਨ੍ਹਦੇ ਆ। ਜਿਹੜਾ ਘੋੜਾ ਵਿਰਾਗ ਹੈ, ਜਦੋਂ ਘਰੋਂ ਤੁਰ ਆਉਂਦੇ ਆ ਵਿਰਾਗੀ ਹੋ ਕਰਕੇ, ਤੇ ਫਿਰ ਕੀ ਕਰਦੇ ਆ, ਰਿਸ਼ਤੇਦਾਰ ਸਾਰੇ ਮਗਰ ਆਉਂਦੇ ਆ, ਕਿਉਂ ਬੱਚੇ ਤੇਰੇ ਕੀ ਕਰਨਗੇ, ਤੂੰ ਕਿੱਥੇ ਚੱਲਿਆ, ਕੀ ਕਰਨ ਲੱਗਾ, ਵੇਖ ਚੋਲਾ ਪਾ ਲੈਣ ਲੱਗਾ। ਤੇ ਇਸ ਤਰ੍ਹਾਂ ਕਰਕੇ ਬੜਾ ਜ਼ਿਆਦਾ ਉਹਨੂੰ ਖਿੱਚ ਧੂ ਕੇ ਫਿਰ ਘਰ ਨੂੰ ਲਿਆ, ਉਸੇ ਹੀ ਕਿੱਲੇ ਨਾਲ, ਮੋਹ ਦੇ ਕਿੱਲੇ ਨਾਲ ਬੰਨ੍ਹ ਦਿੰਦੇ ਆ ਲਿਆ ਕਰਕੇ। ਤੇ ਫਿਰ ਉਹਦੇ ਉੱਤੇ ਉਹੋ ਹੀ ਕਾਠੀ ਪਾ ਕਰਕੇ ਤੇ ਉਹੋ ਹੀ ਸਾਧ ਸੰਗਤ ਜੀ ਗ੍ਰਸਤ ਦੀ ਅਸਵਾਰੀ ਫਿਰ ਚੱਲ ਪੈਂਦੀ ਹੈ। ਕਿਉਂਕਿ ਇਹਨਾਂ ਨੂੰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਦਿੱਤੀ ਜੁਗਤ ਹੈ ਨਾ, ਜਿੰਨਾ ਚਿਰ ਉਹ ਨਾ ਪ੍ਰਾਪਤ ਹੋਵੇ ਉਹਨਾਂ ਚਿਰ ਸਾਧ ਸੰਗਤ ਜੀ ਵਿਰਾਗ ਨਹੀਂ ਰਹਿੰਦਾ ਹੈ। ਵਿਰਾਗ ਗ੍ਰਸਤ ਵਿੱਚ ਵੀ ਓਨਾ ਹੀ ਗੁਰਸਿੱਖਾਂ ਨੂੰ ਰਹਿੰਦਾ ਹੈ ਤੇ ਉਦਾਸੀ ਵਿੱਚ ਵੀ ਓਨਾ ਹੀ ਰਹਿੰਦਾ ਹੈ। ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੁਗਤ ਆ ਜਾਵੇ ਤਾਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਫਿਰ ਸਾਧ ਸੰਗਤ ਜੀ ਪ੍ਰਾਪਤੀ ਹੁੰਦੀ ਹੈ। ਤੋ ਇਸ ਪ੍ਰਕਾਰ ਜਿਹੜਾ ਸ਼ੇਰ ਵਿਰਾਗ ਹੈ ਨਾ, ਇਹ ਫਿਰ ਸਾਧ ਸੰਗਤ ਜਦੋਂ ਇੱਕ ਵਾਰੀ ਪਿੰਜੜਾ ਤੋੜ ਕੇ ਸ਼ੇਰ ਨਿਕਲ ਜਾਂਦਾ ਨਾ, ਫਿਰ ਨਹੀਂ ਪਿੰਜਰੇ 'ਚ ਪੈਂਦਾ। ਜਦੋਂ ਇੱਕ ਵਾਰੀ ਦੇਹ ਇਤਿਹਾਸ ਦਾ ਪਿੰਜਰਾ ਤੋੜ ਦਿੰਦੇ ਆ ਨਾ ਸੰਤ ਮਹਾਤਮਾ, ਫਿਰ ਨਹੀਂ ਦੇਹ ਇਤਿਹਾਸ ਦੇ ਵਿੱਚ ਆਉਂਦੇ। ਇਹ ਫਿਰ ਸਾਧ ਸੰਗਤ ਜੀ ਇਹੋ ਜਿਹਾ ਵਿਰਾਗ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ, ਉਹਨਾਂ ਨੂੰ ਵਾਹਿਗੁਰੂ ਦੀ ਸਾਖਿਆਤਤਾ ਪਾ ਲੈਂਦੇ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਸਤਿਗੁਰਾਂ ਜੀ ਨੇ ਜਦੋਂ 12 ਸਾਲ ਬਾਅਦ ਆਉਣਾ ਕੀਤਾ ਸੀ ਨਾ, ਹਜੂਰ ਤਾਂ ਜਗਤ ਜਲੰਦੇ ਨੂੰ ਤਾਰਨ ਆਏ। ਤੇ ਸਤਿਗੁਰਾਂ ਜੀ ਦੀ ਜਿਹੜੀ ਸੱਸ ਸੀ ਮਾਤਾ ਚੰਦੋ ਰਾਣੀ, ਤੇ ਇਹ ਸੱਚੇ ਪਾਤਸ਼ਾਹ ਜੀ ਨੂੰ ਤੇ ਸਮੇਂ ਕਦੇ ਜਦੋਂ ਮਹਾਰਾਜ ਤੁਰਨ ਵੀ ਲੱਗੇ ਸੀ ਨਾ ਸੁਲਤਾਨਪੁਰ ਸਾਹਿਬ ਤੋਂ, ਕਦੇ ਬਾਬਾ ਸ਼੍ਰੀ ਚੰਦ ਜੀ ਨੂੰ ਅੱਗੇ ਕਰਦੇ ਸੀ, ਕਦੇ ਬਾਬਾ ਲਖਮੀ ਦਾਸ ਜੀ ਨੂੰ ਅੱਗੇ ਕਰਦੇ ਸੀ। ਮਹਾਰਾਜ ਤੁਹਾਡੇ ਪੁੱਤਰ ਨੇ ਕਾਹਨੂੰ ਛੱਡ ਕੇ ਜਾਂਦੇ ਹੋ? ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਸਾਨੂੰ ਤਾਂ ਸਾਰੇ ਪੁਕਾਰ ਰਹੇ ਆ, ਧਰਤੀ ਪੁਕਾਰ ਰਹੀ ਹੈ, ਅਸੀਂ ਕਰਤਾਰ ਦੇ ਹੁਕਮ ਵਿੱਚ ਬੱਝੇ ਹੋਏ ਆ। ਇਹ ਮੋਹ ਦੀਆਂ ਤੰਦਾਂ ਸਤਿਗੁਰਾਂ ਜੀ ਨੂੰ ਨਹੀਂ ਜਕੜ ਸਕੀਆਂ, ਕਿਉਂਕਿ ਸਤਿਗੁਰੂ ਤਾਂ ਆਪ ਵਿਰਾਗ ਦੇ ਜਨਮਦਾਤਾ ਹਨ ਸੱਚੇ ਪਾਤਸ਼ਾਹ ਜੀ। ਮਹਾਰਾਜ ਦੀ ਸੱਸ ਨੇ ਉਦੋਂ ਆ ਕੇ ਸਤਿਗੁਰਾਂ ਜੀ ਨੂੰ ਲਾਮੇ ਦਿੱਤੇ ਸੀ, ਸੁਣ ਤੋ ਨਾਨਕ ਵੇਖ ਕੀਤਾ ਭਇਓ ਬੈਰਾਗੀ ਹੋਇਓ ਅਤੀਤਾ। ਇਹ ਸੱਚੇ ਪਾਤਸ਼ਾਹ ਨੂੰ ਉਲਾਮੇ ਦਿੱਤੇ, ਪਰ ਸਤਿਗੁਰੂ ਪ੍ਰਸੰਨ ਚਿੱਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਆਨੰਦ ਵਿੱਚ ਟਿਕੇ ਰਹੇ। ਜਿਹਨੂੰ ਇਹ ਬੈਰਾਗ ਹੁੰਦਾ ਨਾ, ਉਹਨੂੰ ਸਾਧ ਸੰਗਤ ਜੀ ਕੋਈ ਡੁਲਾ ਨਹੀਂ ਸਕਦਾ ਹੈ। ਇਹ ਬੈਰਾਗ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਬੈਰਾਗ ਦੁਆਰਾ ਪਰਮੇਸ਼ਰ ਦੇ ਨਾਲ ਜੁੜਨਾ ਜਿਹੜਾ ਨਾ ਉਹ ਲੋੜੀਏ ਚਾਹੀਏ।
ਵਾਹਿਗੁਰੂ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੁੜਨਾ ਚਾਹੀਦਾ। ਜਿਸ ਪਰਮੇਸ਼ਰ ਦੇ ਅੱਗੇ ਦੇਵੀ ਦੇਵਤੇ ਨਿਆਉਂਦੇ ਆ, ਦੈਂਤ ਨਿਆਉਂਦੇ ਆ, ਮਨੁੱਖ ਨਿਆਉਂਦੇ ਆ, ਸਭ ਜਿਹਦੇ ਅੱਗੇ ਝੁਕਦੇ ਉਸ ਪਰਮੇਸ਼ਰ ਦੇ ਅੱਗੇ ਮਹਾਰਾਜ ਕਹਿੰਦੇ ਭਾਈ ਝੁਕ ਜਾਈਏ। ਗਰੀਬ ਨਵਾਜ ਸਤਿਗੁਰੂ ਕਹਿੰਦੇ ਭਾਈ ਜੇਠ ਦੇ ਮਹੀਨੇ ਦੁਆਰਾ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਏ। ਹਰ ਸੱਜਣ ਦਾਵਣ ਲੱਗਿਆ, ਜਿਹੜਾ ਉਹ ਸੱਜਣ ਹੈ ਨਾ ਲੋਕ ਪਰਲੋਕ ਦਾ ਵਾਹਿਗੁਰੂ, ਉਸ ਦੇ ਦਾਵਣ ਦਾਮਨ ਜਿਹੜਾ ਪੱਲਾ ਹੈ ਉਹਦੇ ਪੱਲੇ ਨਾਲ ਲੱਗ ਜਾਈਏ ਨਾ ਤੇ ਸਾਧ ਸੰਗਤ ਜੀ ਫਿਰ ਕੀ ਹੁੰਦਾ ਹੈ। ਸਤਿਗੁਰੂ ਜੀ ਦੱਸਦੇ ਹਨ ਕਿਸੇ ਨਾ ਦੇ ਬੰਨ, ਫਿਰ ਮਹਾਰਾਜ ਕਿਸੇ ਨੂੰ ਬੰਨ ਕੇ ਅੱਗੇ ਪੇਸ਼ ਨਹੀਂ ਕਰਦੇ ਕਿ ਭਾਈ ਲੈ ਤੂੰ ਵੀ ਆਪਣਾ ਜਾ ਆ ਕਰਕੇ ਇਹਦੇ ਤੋਂ ਬਦਲਾ ਲੈ ਲੈ। ਜਦੋਂ ਪਰਮੇਸ਼ਰ ਦੇ ਪੱਲੇ ਨਾਲ ਜੁੜ ਗਏ ਨਾ, ਮਹਾਰਾਜ ਦਾ ਪੱਲਾ ਕੀ ਹੈ? ਸਤਿਗੁਰੂ ਜੀ ਦਾ ਪੱਲਾ ਸਤਿਗੁਰੂ ਦੀ ਰਹਿਤ ਹੈ, ਸਤਿਗੁਰੂ ਜੀ ਦਾ ਪੱਲਾ ਸਤਿਗੁਰੂ ਜੀ ਦੀ ਪ੍ਰੀਤ ਹੈ। ਸਾਧ ਸੰਗਤ ਜੀ ਜਿਹੜੇ ਮਹਾਰਾਜ ਦੀ ਪ੍ਰੀਤ ਰੂਪੀ ਪੱਲੇ ਨਾਲ ਲੱਗ ਗਏ ਹੈ, ਜਿਹੜੇ ਸਤਿਗੁਰਾਂ ਜੀ ਦੇ ਮਰਿਆਦਾ ਰੂਪੀ ਪੱਲੇ ਨਾਲ ਲੱਗ ਗਏ ਹੈ, ਮਹਾਰਾਜ ਕਹਿੰਦੇ ਭਾਈ ਮੇਰਾ ਵਾਹਿਗੁਰੂ ਫਿਰ ਉਹਨਾਂ ਨੂੰ ਕਿਸੇ ਕਰਮਾਂ ਦੇ ਅੱਗੇ ਬੰਨ ਕੇ ਨਹੀਂ ਸਿੱਟਦਾ ਵੀ ਕਰਮਾਂ ਦੀ ਮਾਰ ਖਾਣੀ ਪਵੇਗੀ। ਜਿਵੇਂ ਸਾਧ ਸੰਗਤ ਜੀ ਜਿਹੜਾ ਤਾਕਤਵਰ ਰਾਜਾ ਹੁੰਦਾ ਹੈ ਨਾ, ਉਹਨੂੰ ਜਦੋਂ ਪਤਾ ਲੱਗ ਜੇ ਕਿ ਮੇਰਾ ਮੁਰਜਮ ਦੂਸਰੇ ਰਾਜੇ ਕੋਲ ਜਾ ਛਿਪਿਆ ਹੈ, ਉਹ ਉਸੇ ਵੇਲੇ ਉਹਨੂੰ ਹੁਕਮ ਕਰਦਾ ਕਿ ਇਹਨੂੰ ਪੇਸ਼ ਕਰ ਮੇਰੇ ਸਾਹਮਣੇ। ਤੇ ਡਰਦੇ ਹੋਏ ਕਮਜ਼ੋਰ ਰਾਜੇ ਨੂੰ ਪੇਸ਼ ਕਰਨੇ ਪੈਂਦੇ ਆ। ਇਹੋ ਜਿਹੀਆਂ ਸਾਧ ਸੰਗਤ ਜੀ ਅੱਜ ਕੱਲ੍ਹ ਵੀ ਉਦਾਹਰਨਾਂ ਮਿਲਦੀਆਂ ਹਨ। ਉਹ ਕਿਸੇ ਨੇ ਉੱਥੇ ਦੱਸਿਆ ਅਮਰੀਕਾ ਦੇ ਅੰਦਰ ਕਿ ਜਿਹੜੀ ਆ ਕੋਰੋਨਾ ਵਾਇਰਸ ਨੂੰ ਠੀਕ ਕਰਨ ਵਾਲੀ ਬੜੇ ਹੱਦ ਤੱਕ ਮਲੇਰੀਏ ਦੀ ਦਵਾਈ ਕਹਿੰਦੇ ਬੜੀ ਕਾਰਗਰ ਹੈ। ਤੇ ਉਹ ਉੱਥੇ ਉਹਨਾਂ ਨੂੰ, ਕਿਉਂਕਿ ਉੱਥੇ ਕਿਹੜੇ ਮੱਛਰ ਹੁੰਦੇ ਬਾਹਰ ਲੜਦੇ, ਕਿਸੇ ਨੂੰ ਮਲੇਰੀਏ ਦੀ ਦਵਾਈ ਉਹਨਾਂ ਕਦੇ ਬਣਾਈ ਨਹੀਂ। ਤੇ ਮਲੇਰੀਏ ਦੀ ਦਵਾਈ ਇੱਥੇ ਮੱਛਰ ਤੇ ਇੰਡੀਆ 'ਚ ਲੜਦਾ ਹੈ ਨਾ, ਤੇ ਪਾਕਿਸਤਾਨ 'ਚ ਇਹਨਾਂ ਕੋਲ ਮਲੇਰੀਏ ਦੀ ਦਵਾਈ ਹੈ। ਤੇ ਕਹਿੰਦੇ ਉਹਨਾਂ ਦਵਾਈ ਮੰਗੀ ਹੈ, ਕਹਿੰਦੇ ਅਸੀਂ ਤਾਂ ਨਹੀਂ ਦੇਣੀ ਕਿਉਂਕਿ ਸਾਡੇ ਵੀ ਇੱਥੇ ਲੋੜ ਹੈ। ਉਹਨਾਂ ਫਿਰ ਦਬਕਾ ਹੀ ਮਾਰਿਆ ਮਾੜਾ ਜਿਹਾ ਕਿ ਜੇ ਨਹੀਂ ਦੇਣੀ ਤੇ ਫਿਰ ਵੇਖ ਲਓ ਹਾਲਾਤ ਕਿਹੋ ਜਿਹੇ ਹੋ ਸਕਦੇ ਆ। ਤੇ ਬੜੀ ਚੰਗੀ ਤਰ੍ਹਾਂ ਹੀ ਸਾਰੀ ਦਵਾਈ ਦੇ ਦਿੱਤੀ ਹੈ। ਤੇ ਇਸ ਤਰ੍ਹਾਂ ਜਿਹੜਾ ਤਗੜਾ ਰਾਜਾ ਨਾ, ਉਹ ਮਾੜੇ ਨੂੰ ਉਹਦੇ ਕੋਲੋਂ ਲੈ ਹੀ ਲੈਂਦਾ ਜੋ ਚਾਹੇ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤਗੜਾ ਰਾਜਾ ਕਿਹੜਾ? ਪਰਮੇਸ਼ਰ ਵਾਹਿਗੁਰੂ। ਤੇ ਜੇ ਕਿਸੇ ਹੋਰ ਰਾਜੇ ਦੇ ਪੱਲੇ ਨਾਲ ਜੁੜਾਂਗੇ, ਜਿਵੇਂ ਭਾਈ ਨੰਦ ਲਾਲ ਜੀ ਸੀ ਨਾ, ਜਦੋਂ ਪਤਾ ਲੱਗ ਗਿਆ, ਨਰੰਗੇ ਨੇ ਕਿਹਾ ਕਿ ਏਡਾ ਵਿਦਵਾਨ ਤਾਂ ਮੁਸਲਮਾਨ ਚਾਹੀਦਾ ਤੇ ਇਹਨੂੰ ਸ਼ਰ੍ਹਾ 'ਚ ਲਿਆਓ। ਤੇ ਸ਼ਹਿਜ਼ਾਦਾ ਮੁਅਜ਼ਮ ਜਿਹੜਾ ਸੀ ਬਾਅਦ ਵਿੱਚ ਬਹਾਦਰ ਸ਼ਾਹ ਬਣਿਆ, ਉਹਨੇ ਦੱਸਤਾ ਕਿ ਉਸਤਾਦ ਸਨ ਨਾ ਉਹਦੇ ਕਿ ਆਪਣਾ ਧਰਮ ਰੱਖਿਆ ਜਾਂਦਾ ਤੇ ਰੱਖ ਲਓ, ਨਹੀਂ ਤੇ ਨਰੰਗੇ ਨੇ ਪਕੜ ਕੇ ਮੇਰੇ ਪਿਤਾ ਨੇ ਤੁਹਾਨੂੰ ਇਸਲਾਮ ਵਿੱਚ ਲੈ ਆਉਣਾ। ਤੇ ਭਾਈ ਨੰਦ ਲਾਲ ਜੀ ਉੱਥੋਂ ਨਿਕਲੇ ਫਿਰ। ਤੇ ਜਦੋਂ ਨਿਕਲੇ ਉਹਨਾਂ ਸੋਚਿਆ ਕਿ ਕਿਹਦੇ ਕੋਲ ਜਾਵਾਂ, ਕਿਉਂਕਿ ਨਰੰਗਾ ਚੱਕਰਵਰਤੀ ਬਾਦਸ਼ਾਹ ਦੁਹਾਈ ਫੇਰ ਛੱਡੀ। ਇਹਨੇ ਅਫਗਾਨਿਸਤਾਨ ਉਸ ਸਮੇਂ ਹਿੰਦੁਸਤਾਨ ਦੀਆਂ ਹੱਦਾਂ ਵਿੱਚ ਹੁੰਦਾ ਸੀ, ਏਡਾ ਵੱਡਾ ਵਿਸ਼ਾਲ ਸੀ ਭਾਰਤ ਵਰਸ਼। ਤੇ ਜਦੋਂ ਮਨ ਵਿੱਚ ਸੋਚਦੇ ਹੁਣ ਕਿਹਦੇ ਕੋਲ ਜਾਵਾਂ, ਤੇ ਫਿਰ ਗੁਰੂ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਦਿਖੀ ਹੈ ਕਿ ਜੇ ਮਹਾਰਾਜ ਦੀ ਸ਼ਰਨ ਪੈ ਗਏ ਤੇ ਸਤਿਗੁਰੂ ਜੀ ਦੇ ਕੋਲੋਂ ਨਹੀਂ ਫਿਰ ਕੋਈ ਲਿਜਾ ਸਕੇਗਾ। ਤੇ ਆਨੰਦਪੁਰ ਸਾਹਿਬ ਵਿੱਚ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਪੈ ਗਏ ਸੀ ਭਾਈ ਨੰਦ ਲਾਲ ਜੀ। ਉਹਨਾਂ ਨੂੰ ਪਤਾ ਸੀ ਕਿ ਸਤਿਗੁਰੂ ਮੈਨੂੰ ਬੰਨ੍ਹ ਕੇ ਨਰੰਗੇ ਅੱਗੇ ਫਿਰ ਨਹੀਂ ਭੇਟ ਕਰਨਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹਰ ਸੱਜਣ ਦਾਵਣ ਲੱਗਿਆ। ਜਿਹੜਾ ਦਾਵਣ ਉਹਦਾ ਦਾਮਨ ਹੈ ਨਾ, ਹਿੰਦੀ ਵਿੱਚ ਪੱਲੇ ਨੂੰ ਦਾਮਨ ਕਹਿੰਦੇ ਆ, ਉਹਦੇ ਪੱਲੇ ਨਾਲ ਜੁੜ ਜਾਵਾਂਗੇ ਫਿਰ ਕਿਸੇ ਨਾ ਦੇਈ ਬੰਨ। ਮਹਾਰਾਜ ਜਮਾਂ ਦੇ ਅੱਗੇ ਬੰਨ ਕੇ ਮਾਰ ਖਾਣ ਨੂੰ ਨਹੀਂ ਦੇਣਗੇ ਕਿ ਲੈ ਜਮੋ ਤੁਸੀਂ ਵੀ ਆਪਣੀ ਰੀਝ ਲਾ ਲਓ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੋ ਗਿਆ, ਜਿਹੜਾ ਨਿਰੰਕਾਰ ਦੇ ਪੱਲੇ ਨਾਲ ਜੁੜ ਗਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੇਰਾ ਵਾਹਿਗੁਰੂ ਨਾ ਤਾਂ ਉਹਨਾਂ ਨੂੰ ਕਰਮਾਂ ਦੀ ਮਾਰ ਖਾਣ ਦਿੰਦਾ, ਨਾ ਜਮਾਂ ਦੀ ਮਾਰ ਖਾਣ ਦਿੰਦਾ। ਕਿਸੇ ਪ੍ਰਕਾਰ ਵੀ ਵਾਹਿਗੁਰੂ ਬੰਨ ਕੇ ਨਹੀਂ ਕਿਸੇ ਅੱਗੇ ਦਿੰਦੇ ਹਨ। ਮਾਣਕ ਮੋਤੇ ਨਾਮ ਪ੍ਰਭ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਮੇਰੇ ਪ੍ਰਭੂ ਦੇ ਨਾਮ ਦੇ ਅੰਦਰ ਨਾ, ਗਰੀਬ ਨਵਾਜ ਕਹਿੰਦੇ ਨੇ ਬੈਰਾਗ ਰੂਪੀ ਮਾਣਕ ਹੈ, ਪ੍ਰੇਮ ਰੂਪੀ ਮੋਤੀ ਹੈ, ਜੋ ਮਹਾਰਾਜ ਕਹਿੰਦੇ ਭਾਈ ਨਾਮ ਹੈ, ਇਹਦੇ ਵਿੱਚ ਸਾਰੇ ਗੁਣ ਜਿਹੜੇ ਵਸਦੇ ਹਨ। ਲਗੈ ਨਾਹੀ ਸੰਨ। ਉਹ ਐਸੇ ਨੇ ਕਿ ਇਹਨਾਂ ਨੂੰ ਸੰਨ ਵੀ ਨਹੀਂ ਕੋਈ ਲਾ ਸਕਦਾ, ਚੋਰ ਚੁਰਾ ਨਹੀਂ ਸਕਦਾ।
ਰਾਜਾ ਜਿੱਥੇ ਜਾਵੇ ਉਹਦੇ ਖਜ਼ਾਨੇ ਮੰਤਰੀ ਨਾਲ ਨਾਲ ਹੀ ਤੁਰਦੇ ਆ। ਆ ਮਸਕਟ ਵਿੱਚ ਅਸੀਂ ਗਏ ਸਾਂ, ਇੱਕ ਵਾਰੀ ਮੈਂ ਕਥਾ ਕਰਨ ਗਿਆ ਸਾਂ, ਤੇ ਉਥੋਂ ਦਾ ਸਾਧ ਸੰਗਤ ਜੀ ਉਹ ਰਾਜਾ ਜਦੋਂ ਸੈਰ ਕਰਦਾ ਨਾ, ਤੇ ਕਹਿੰਦੇ ਜੰਗਲਾਂ 'ਚ ਕਈ ਦਿਨ ਸੈਰ ਕਰਦਾ, ਉਹਦਾ ਮੰਤਰੀ ਮੰਡਲ ਸਾਰਾ ਕੁਝ ਨਾਲ ਹੀ ਤੁਰਦਾ, ਉੱਥੋਂ ਹੀ ਸਰਕਾਰ ਚਲਾਈ ਜਾਂਦਾ, ਜੰਗਲ 'ਚ ਬੈਠਾ ਹੀ ਉੱਥੇ ਹੀ ਸਭਾਵਾਂ ਲਾਉਂਦਾ, ਤੇ ਉੱਥੇ ਹੀ ਸਾਰਾ ਖਜ਼ਾਨਾ ਵੀ ਨਾਲ ਹੀ ਰੱਖਦੇ ਆ ਕਿ ਖੌਰੇ ਰਾਜੇ ਨੇ ਕੀ ਹੁਕਮ ਕਰ ਦੇਣਾ ਹੈ। ਤੇ ਇਹ ਸਾਧ ਸੰਗਤ ਜੀ ਰਾਜਾ ਕਿਹੜਾ ਹੈ? ਨਾਮ ਰਾਜਾ ਜਿਹਦੇ ਕੋਲ ਹੈ ਨਾ, ਤੇ ਫਿਰ ਸਾਰੇ ਹੀ ਖਜ਼ਾਨੇ ਉਹਦੇ ਕੋਲ ਹੀ ਹਨ, ਸਾਰੇ ਹੀ ਮੋਤੀ, ਸਾਰੇ ਮਾਣਕ ਉਹਦੇ ਅੰਦਰ ਹੀ ਆ, ਬਰਾਗ ਉਹਦੇ ਅੰਦਰ ਹੀ ਪ੍ਰੇਮ ਉਛਲਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤਾਂ ਸ਼ਾਇਦ ਕੋਈ ਜੰਗਲਾਂ 'ਚ ਡਾਕੂ ਪੈ ਜੇ ਤੇ ਲੁੱਟ ਹੀ ਲੈਣ, ਪਰ ਮੇਰੇ ਵਾਹਿਗੁਰੂ ਦਾ ਜਿਹੜਾ ਬੈਰਾਗ ਰੂਪੀ ਮੋਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰੇਮ ਰੂਪੀ ਮਾਣਕ ਵੈ, ਤੇ ਇਹ ਨਾਮ ਰੂਪੀ ਜਿਨ੍ਹਾਂ ਦੇ ਅੰਦਰ ਰਾਜਾ ਹੈ, ਇਹਨਾਂ ਨੂੰ ਕੋਈ ਮਹਾਰਾਜ ਕਹਿੰਦੇ ਲੁੱਟ ਨਹੀਂ ਸਕਦਾ, ਕੋਈ ਸੰਨ ਨਹੀਂ ਲਾ ਸਕਦਾ, ਚੋਰ ਨਹੀਂ ਚੁਰਾ ਸਕਦੇ। ਜਿਵੇਂ ਕਾਮ ਆਦਿਕ ਜਿਹੜੇ ਆ ਨਾ ਚੋਰ, ਇਹ ਸਾਧ ਸੰਗਤ ਜੀ ਅੰਦਰੋਂ ਜੀਵ ਦੇ ਸੁਭ ਗੁਣਾਂ ਨੂੰ ਲੁੱਟਦੇ ਰਹਿੰਦੇ ਆ, ਪਰ ਜਿਹਦੇ ਅੰਦਰ ਨਾਮ ਰੂਪੀ ਰਾਜਾ ਹੀ ਆ ਕੇ ਬੈਠ ਜਾਂਦਾ ਨਾ, ਇਹ ਵੀ ਫਿਰ ਅੰਦਰੋਂ ਖੰਭ ਲਾ ਕੇ ਉੱਡੀ ਜਾਂਦੇ ਆ, ਅਭਾਵ ਵੀ ਹੋ ਜਾਂਦੇ ਆ, ਕਾਮ ਆਦਿਕ ਚੋਰ ਵੀ ਨਿਕਲ ਜਾਂਦੇ ਆ। ਰੰਗ ਸਭ ਹੈ ਨਾਰਾਇਣ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰੰਗ ਜਿਹੜੇ ਆਨੰਦ ਹਨ ਨਾ, ਇਹ ਸੁੱਖ, ਇਹ ਸਾਰੇ ਮੇਰੇ ਨਾਰਾਇਣ ਪਰਮੇਸ਼ਰ ਦੇ ਹੈ, ਜਿਹਦੇ ਅੰਦਰ ਆਇਣ ਕਹਿੰਦੇ ਰਾਤ ਨੂੰ, ਜਿਹਦੇ ਅੰਦਰ ਅਵਿਦਿਆ ਰੂਪੀ ਰਾਇਣ ਰਾਤ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਦੇ ਕੋਲ ਹੀ ਹਨ ਭਾਈ ਸਾਰੇ ਆਨੰਦ ਤੇ ਸੁੱਖ। ਜੇਤੇ ਮਨ ਭਾਵਨ, ਜਿੰਨੇ ਮਨ ਨੂੰ ਭਾਉਂਦੇ ਆ ਨਾ, ਆਕਰਸ਼ਿਤ ਕਰਦੇ ਆ, ਖਿੱਚਦੇ ਆ ਆਨੰਦ, ਕਿ ਆਹ ਬਾਹਲਾ ਹੀ ਆਨੰਦ ਹੋਊਗਾ। ਕਿਸੇ ਨੇ ਖਾਣ 'ਚ ਮੰਨਿਆ, ਕਿਸੇ ਨੇ ਕਿਸ ਤਰ੍ਹਾਂ ਮੰਨਿਆ ਹੈ। ਮਹਾਰਾਜ ਕਹਿੰਦੇ ਉਹ ਸਾਰੇ ਆਨੰਦ ਮੇਰੇ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ, ਪਰਮੇਸ਼ਰ ਦੇ ਨਾਮ ਵਿੱਚ ਸਾਰੇ ਆਨੰਦ ਵਸਦੇ ਹੈ। ਜਿਸ ਨੇ ਨਾਮ ਚੱਖ ਲਿਆ, ਮਹਾਰਾਜ ਕਹਿੰਦੇ ਭਾਈ ਉਹਨੂੰ ਸਾਰੇ ਹੀ ਮਨ ਭਾਉਂਦੇ ਆਨੰਦ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਆ। ਇਸੇ ਪ੍ਰਕਾਰ ਹੀ ਹਰ ਸਜਣ ਦਾਵਣ ਰੰਗ ਸਭੇ, ਰੰਗ ਸਭ ਹੈ ਨਾਰਾਇਣ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਇਹ ਬ੍ਰਹਮਾ ਆਨੰਦ ਵੈ ਨਾ, ਜਿਹੜਾ ਸਾਧ ਸੰਗਤ ਜੀ ਅੰਦਰ ਸੁਰਤ ਦਾ ਜੁੜ ਜਾਣਾ ਸ਼ਬਦ ਦੇ ਅੰਦਰ, ਤੇ ਆਨੰਦ ਨੂੰ ਜਗਿਆਸੂ ਨੇ ਪ੍ਰਾਪਤ ਕਰਨਾ, ਮਹਾਰਾਜ ਕਹਿੰਦੇ ਭਾਈ ਇਹ ਸਾਰੇ ਆਨੰਦ ਜਿੰਨੇ ਐ, ਸਾਰਿਆਂ ਆਨੰਦਾਂ ਦਾ ਮਾਲਕ ਜਿਹੜਾ ਮੇਰਾ ਵਾਹਿਗੁਰੂ ਹੈ, ਜੋ ਸਾਰੇ ਨਰਾਂ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜਿਹਦਾ ਆਇਣ ਘਰ ਵੈ, ਸਾਰੇ ਨਰਾਂ ਵਿੱਚ ਜੋ ਆਇਆ ਹੋਇਆ ਏ। ਜੇਤੇ ਮਨ ਭਾਵਨ, ਪਰ ਪ੍ਰਾਪਤ ਉਹਨਾਂ ਨੂੰ ਹੁੰਦੇ ਆ ਜਿਹੜੇ ਮਨ ਭਾਵਨ, ਪਰਮੇਸ਼ਰ ਨੂੰ ਮਨ ਵਿੱਚ ਭਾ ਜਾਂਦੇ ਆ। ਜਿਹੜੇ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦੇ ਆ ਨਾ, ਉਹਨਾਂ ਨੂੰ ਸਾਰੇ ਹੀ ਆਨੰਦ ਪ੍ਰਾਪਤ ਹੋ ਜਾਂਦੇ ਆ। ਕੋਈ ਸੁੱਖ ਇਹੋ ਜਿਹਾ ਨਹੀਂ ਰਹਿੰਦਾ ਕਿ ਜਿਹੜਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਇਸੇ ਪ੍ਰਕਾਰ ਹੀ ਰੰਗ ਸਭ ਹੈ ਨਾਰਾਇਣ। ਇਹ ਜਿਹੜੇ ਸਾਧ ਸੰਗਤ ਜੀ ਮਾਇਆ ਦੇ ਵੀ ਰੰਗ ਆ ਨਾ, ਸਾਰੇ ਨਾਰਾਇਣ ਵਾਹਿਗੁਰੂ ਨੇ ਪੈਦਾ ਕੀਤੇ ਐ। ਮਾਇਆ ਦੇ 3 ਗੁਣ ਦੇ ਰੰਗ ਵੈ, ਕੋਈ ਤਮੋ ਗੁਣੀ ਹੈ, ਬਹੁਤੀ ਨੀਂਦ ਹੀ ਆਈ ਰਹਿੰਦੀ ਹੈ, ਕੌੜਾ ਬੋਲਦੇ ਐ। ਇਸ ਪ੍ਰਕਾਰ ਕੋਈ ਰਜੋ ਗੁਣੀ ਹੈ, ਬਹੁਤ ਜ਼ਿਆਦਾ ਐਸ਼ ਆਰਾਮ ਵਾਲਾ ਜੀਵਨ ਪਸੰਦ ਕਰਦੇ ਐ, ਵਾਹਿਗੁਰੂ ਨੂੰ ਮਿਲਣ ਵਾਸਤੇ ਵੀ ਉਦਮ ਕਰ ਲੈਂਦੇ ਐ। ਤੇ ਫਿਰ ਸਤੋ ਗੁਣੀ ਹੈ, ਕਿਨਾਂ ਦਾ ਮਨ ਜਿਹੜਾ ਸਾਧ ਸੰਗਤ ਜੀ ਸ਼ਾਂਤ ਕੀ ਸੁਭਾਅ ਵਿੱਚ ਰਹਿੰਦਾ ਹੈ, ਰਿੱਧੀਆਂ ਸਿੱਧੀਆਂ ਫਿਰ ਵੀ ਜਿਹੜੀਆਂ ਉਹਨਾਂ ਦੀ ਚਾਹ ਜਿਹੜੀ ਹੈ ਸਤਾਉਂਦੀ ਰਹਿੰਦੀ ਹੈ। ਇਸ ਪ੍ਰਕਾਰ ਇਹ ਸਾਰੇ ਪਰਮੇਸ਼ਰ ਦੇ ਹੀ ਰੰਗ ਹੈ। ਤੇ ਇਹ ਤਿੰਨੇ ਗੁਣ ਜਿਹੜੇ ਮਿਸ਼ਰਤ ਹੁੰਦੇ ਆ ਜੀਆਂ ਦੇ ਅੰਦਰ, ਇੱਕ ਬਾਲਾ ਹੁੰਦਾ, 2 ਘੱਟ ਹੁੰਦੇ ਆ, ਪਰ ਹੁੰਦੇ ਤਿੰਨੇ ਹੀ ਹੈ। ਕਈਆਂ ਦੇ ਅੰਦਰ ਸਤੋ ਗੁਣ ਜ਼ਿਆਦਾ ਹੁੰਦਾ ਹੈ ਤੇ ਤਮੋ ਤੇ ਰਜੋ ਘੱਟ ਹੁੰਦਾ ਹੈ। ਕਈਆਂ ਵਿੱਚ ਸਾਧ ਸੰਗਤ ਜੀ ਉਹ ਤਮੋ ਜ਼ਿਆਦਾ ਹੋ ਜਾਂਦਾ ਹੈ ਤੇ ਰਜੋ ਤੇ ਸਤੋ ਘੱਟ ਹੁੰਦਾ ਹੈ। ਇਹ ਸੁਭਾਵਾਂ ਦਾ, ਪੈਰਨ ਦਾ, ਇਹ ਸਾਰੀ ਰੰਗਾਂ ਦੀ ਸ੍ਰਿਸ਼ਟੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦੀ ਹੀ ਬਣਾਈ ਹੋਈ ਹੈ ਸਾਰੀ। ਜੇਤੇ ਮਨ ਭਾਵਨ, ਪਰ ਜਿਹੜੇ ਸਾਧਨਾ ਕਰਦੇ ਮਹਾਰਾਜ ਨੂੰ ਭਾ ਜਾਂਦੇ ਹਨ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੂੰ ਆਪਣੇ ਬ੍ਰਹਮਾ ਆਨੰਦ ਦੇ ਰੰਗ ਨੂੰ, ਆਨੰਦ ਨੂੰ ਵਾਹਿਗੁਰੂ ਬਖਸ਼ ਦਿੰਦੇ ਆ। ਇਸੇ ਪ੍ਰਕਾਰ ਹੀ ਰੰਗ ਸਭ ਹੈ ਨਾਰਾਇਣ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਰੰਗ ਜਿਹੜੇ ਆ ਨਾ, ਇਹ ਸਾਰੇ ਪਰਮੇਸ਼ਰ ਦੇ ਹੀ ਉਤਪੰਨ ਕੀਤੇ ਹੋਏ ਆ, ਬਣਾਏ ਹੋਏ ਆ। ਜਿਵੇਂ ਉਦਣ ਜ਼ਿਕਰ ਆਇਆ ਸੀ ਨਾ ਕਿ ਭਾਈ ਲਾਲ ਰੰਗ ਤੇ ਜਿਹੜਾ ਇਸ ਪ੍ਰਕਾਰ ਹਰਾ ਰੰਗ ਹੈਦਰੀ ਮੁਸਲਮਾਨਾਂ ਦਾ ਮੰਨਿਆ ਜਾਂਦਾ ਹੈ,
ਤੇ ਕਈ ਕਿੰਤੂ ਕਰਦੇ ਤੇ ਆਹ ਪੰਕਤੀ ਪੜ੍ਹ ਕੇ ਸੁਣਾਉਂਦੇ ਹੁੰਦੇ ਕਿ ਬਾਬਾ ਜੀ ਪੰਕਤੀ ਤਾਂ ਆਉਂਦੀ ਆ ਰੰਗ ਸਭੇ ਨਾਰਾਇਣ। ਜਿੱਦਾਂ ਸਾਰੇ ਗ੍ਰੰਥ ਪੜ੍ਹੇ ਹੁੰਦੇ ਪਹਿਲਾਂ ਹੀ ਸਾਨੂੰ ਅੱਗੋਂ ਹੀ ਟਾਂਚ ਲਾਉਣ ਵਾਸਤੇ ਪੰਕਤੀ ਪੜ੍ਹ ਦਿੰਦੇ ਆ। ਸਾਧ ਸੰਗਤ ਜੀ ਪਰਮੇਸ਼ਰ ਦੇ ਹੀ ਪੈਦਾ ਕੀਤੇ ਆ, ਕਿਉਂਕਿ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਸ਼ਕਤੀ ਹੈ ਜਿਹੜੀ ਕੋਈ ਰੰਗਾਂ ਨੂੰ ਪੈਦਾ ਕਰ ਸਕਦੀ ਹੈ। ਜੇ ਰੰਗਾਂ ਦੀ ਸਾਧ ਸੰਗਤ ਜੀ ਜਿਹੜੇ ਗੁਣ ਲਈਏ ਨਾ, ਤੇ ਹਰਾ ਰੰਗ ਜਿਹੜਾ ਹੈ ਉਹ ਵੇਖੋ ਪ੍ਰਕਿਰਤੀ ਦੀ ਹਰਿਆਵਲਤਾ ਹੈ। ਅੱਖਾਂ ਨਾਲ ਜਦੋਂ ਹਰਿਆਵਲਤਾ ਤੱਕੀਏ ਨਾ, ਤੇ ਜਿਹੜੇ ਹਕੀਮ ਵੈਦ ਡਾਕਟਰ ਲੋਕ ਉਹ ਵੀ ਕਹਿੰਦੇ ਆ ਕਿ ਅੱਖਾਂ ਨੂੰ ਸਕੂਨ ਮਿਲਦਾ ਹੈ, ਤੇ ਇਹ ਤਾਂ ਇਹਦਾ ਗੁਣ ਹੈ। ਪਰ ਜਿੱਥੇ ਕੌਮੀਅਤ ਦੀ ਗੱਲ ਹੈ ਨਾ, ਉੱਥੇ ਲਿਆ ਕਰਕੇ ਇਹ ਰੰਗ ਹਰਾ ਨਾ ਵਿੱਚ ਵਾੜੋ ਕਿ ਨਿਸ਼ਾਨ ਵੀ ਕਿਤੇ ਹਰਾ ਹੀ ਲਾਉਂਦੇ ਹੋਵੋ, ਪੱਗਾਂ ਵੀ ਹਰੀਆਂ ਹੀ ਬੰਨ੍ਹਦੇ ਹੋਵੋ। ਇਉਂ ਸਾਧ ਸੰਗਤ ਜੀ ਇਹ ਮਹਾਰਾਜ ਮਨਾ ਕੀਤੀਆਂ। ਸਤਿਗੁਰੂ ਦੀ ਸਿੱਖਿਆ ਨੂੰ ਸੂਖਸ਼ਮ ਬਿਰਤੀ ਨਾਲ ਸਮਝਣਾ ਚਾਹੀਦਾ, ਮੋਟੀ ਬਿਰਤੀ ਨਾਲ ਸਮਝ ਨਹੀਂ ਪੈਂਦੀ ਮਹਾਰਾਜ ਦੀ ਸਿੱਖਿਆ। ਤੇ ਰੰਗ ਸਭੇ ਨਾਰਾਇਣ ਹੈ। ਹੁਣ ਜਿਹੜੇ ਸਾਧ ਸੰਗਤ ਜੀ ਪੰਥ ਦੇ ਅੰਦਰ ਰੰਗ ਵੈ ਜਾਂ ਹੋਰ ਸਾਧੂ ਮਹਾਤਮਾ ਰੰਗ ਪਾਉਂਦੇ ਹੈ, ਸਾਂਤਕੀ ਜਿਹੜੇ ਮਹਾਂਪੁਰਖ ਵਾ ਉਹ ਚਿੱਟਾ ਰੰਗ ਪਹਿਨਣਾ ਪਸੰਦ ਕਰਦੇ ਆ। ਫਿਰ ਨਿਹੰਗ ਸਿੰਘ ਜਿਹੜੇ ਆ ਉਹ ਨੀਲਾ ਬਾਣਾ ਸਾਧ ਸੰਗਤ ਜੀ ਪਹਿਰਦੇ ਆ। ਇਸ ਪ੍ਰਕਾਰ ਕੇਸਰੀ ਰੰਗ ਜਿਹੜਾ ਹੈ ਉਹ ਪਹਿਰਿਆ ਜਾਂਦਾ ਪੰਥ ਦੇ ਅੰਦਰ। ਪੰਥ ਦੀਆਂ ਜਿਹੜੀਆਂ ਹਨ ਸਾਧ ਸੰਗਤ ਜੀ ਸੇਵਾ ਪੰਥੀ ਜਥੇਬੰਦੀਆਂ ਉਹ ਵੀ ਚਿੱਟਾ ਰੰਗ ਪਹਿਰਦੀਆਂ ਹਨ। ਕਾਰ ਸੇਵਾ ਵਾਲੇ ਮਹਾਂਪੁਰਖ ਚਿੱਟਾ ਰੰਗ ਪਹਿਰਦੇ ਹੈ। ਫਿਰ ਨਿਰਮਲ ਸੰਪਰਦਾ ਦੇ ਮਹਾਂਪੁਰਖ ਭਗਵਾਂ ਰੰਗ ਪਹਿਰਦੇ ਹੈ। ਉਦਾਸੀ ਮਹਾਂਪੁਰਖ ਵੀ ਸਾਧ ਸੰਗਤ ਜੀ ਭਗਵਾਂ ਰੰਗ ਪਹਿਰਦੇ ਹੈ। ਉਹਨਾਂ ਵੱਲ ਵੇਖ ਕੇ ਨਾ ਕਈ ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਪੰਥ ਦਾ ਕੋਈ ਗਿਆਨ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਤੇ ਉਹ ਉਦਾਸੀਆਂ ਨੂੰ ਹਿੰਦੂ ਹੀ ਦੱਸੀ ਜਾਂਦੇ ਆ, ਤੇ ਨਿਰਮਲਿਆਂ ਮਹਾਂਪੁਰਖਾਂ ਨੂੰ ਹਿੰਦੂ ਹੀ ਦੱਸੀ ਜਾਂਦੇ। ਇਹ ਪੰਥ ਦਾ ਅੰਗ ਹਨ। ਕਦੇ ਸਿੱਖੀ ਦਾ ਪ੍ਰਚਾਰ ਹੀ ਇਹਨਾਂ ਨੇ ਕੀਤਾ। ਜਦੋਂ ਜਿਹੜਾ ਪੰਥ ਜੰਗਲਾਂ ਵਿੱਚ ਹੁੰਦਾ ਸੀ ਨਾ, ਦਲ ਪੰਥ ਨਿਹੰਗ ਸਿੰਘ, ਉਦੋਂ ਇਹ ਪ੍ਰਚਾਰ ਸਿੱਖੀ ਦਾ ਇਹੀ ਕਰਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਾਧ ਸੰਗਤ ਜੀ ਵਿਰਾਸਤੀ ਸਰੂਪ ਅੱਜ ਵੀ ਉਦਾਸੀ ਮਹਾਂਪੁਰਖਾਂ ਕੋਲ ਹਨ। ਤੇ ਇਹਨਾਂ ਦਾ ਪ੍ਰਚਾਰ ਕੀ ਹੁੰਦਾ ਸੀ, ਇਹ ਵੇਖੋ ਭਾਵੇਂ ਕਿ ਜਿਹੜੇ ਸਾਧ ਸੰਗਤ ਜੀ ਪੰਥ ਤੋਂ ਦੂਰ ਚਲੇ ਗਏ ਆ, ਉਹ ਕਹਿੰਦੇ ਸ਼ਿਵ ਜੀ ਤੋਂ ਸਾਡਾ ਪੰਥ ਚੱਲਿਆ ਹੈ। ਨਹੀਂ ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦ ਜੀ ਤੋਂ ਇਹ ਪੰਥ ਚੱਲਿਆ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਭ ਕੁਝ ਝੋਲੀ ਪਾਤਾ ਸੀ। ਤੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਫਿਰ 4 ਧੂਣੇ ਜਿਹੜੇ ਸੀ ਉਹ ਥਾਪਣਾ ਕੀਤੇ ਸੀ, ਤੇ ਸਾਰੇ ਭਾਰਤ ਵਰਸ਼ ਤੋਂ ਬਾਹਰ ਤੱਕ ਵੀ ਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਜਿਹੜੀ ਸੀ ਉਹ ਚਲਾਈ ਸੀ, ਤੇ ਉਦਾਸੀ ਹੀ ਚਲਾਉਂਦੇ ਆਏ ਸੀਗੇ। ਜਦੋਂ ਇਹਨਾਂ ਨਗਰ ਵਿੱਚ ਜਾਣਾ, ਅੱਜ ਤਾਂ ਕਿਸੇ ਧੂਆਂ ਲਾਇਆ ਹੋਵੇ ਤੇ ਉਹ ਕਹਿੰਦੇ ਇਹ ਤਾਂ ਭੂਤ ਭਾਤ ਕੱਢਣ ਵਾਲਾ ਹੋਊਗਾ, ਪਰ ਪਹਿਲਿਆਂ ਸਮਿਆਂ ਵਿੱਚ ਜਦੋਂ ਉਦਾਸੀ ਜਾਂਦੇ ਨਗਰ ਦੇ ਬਾਹਰ ਧੂਣਾ ਲਾ ਲਿਆ ਕਰਦੇ। ਜਿਹੜੇ ਕੋਈ ਆਉਂਦੇ ਜਾਂਦੇ ਉਹਨਾਂ ਨੂੰ ਨਾਲੇ ਕੋਈ ਥੋੜਾ ਪ੍ਰਸ਼ਾਦਾ ਪਾਣੀ ਕੋਈ ਦੇ ਦਿੰਦਾ। ਮਹੀਨਾ 2 ਮਹੀਨੇ ਉੱਥੇ ਰਹਿਣਾ, ਸਾਰੇ ਨਗਰ ਨੂੰ ਜਪਜੀ ਸਾਹਿਬ ਕੰਠ ਕਰਾ ਕੇ ਉਹਨਾਂ ਅੱਗੇ ਤੁਰ ਪੈਣਾ। ਇਸ ਤਰ੍ਹਾਂ ਪ੍ਰਚਾਰ ਕਰਦੇ ਹੁੰਦੇ ਸੀ ਸਾਧੂ ਮਹਾਤਮਾ। ਤੇ ਗੁਰਬਾਣੀ ਦੇ ਨਾਲ ਹੀ ਸਾਰਾ ਉਹਨਾਂ ਨੇ ਕਹਿਣਾ ਪਈ ਤੁਹਾਡੇ ਕਾਰਜ ਸਿੱਧ ਹੋਣਗੇ। ਸਤਿਗੁਰਾਂ ਦੀ ਬਾਣੀ ਦੇ ਸ਼ਬਦ ਪੜ੍ਹਨ ਨੂੰ ਦੱਸਣੇ, ਬਾਣੀ ਕੰਠ ਕਰਾ ਦੇਣੀ। ਇਸ ਤਰ੍ਹਾਂ ਉਦਾਸੀ ਮਹਾਤਮਾ ਜਿਹੜੇ ਸੀ ਉਹ ਪ੍ਰਚਾਰ ਕਰਦੇ। ਇਹ ਸਾਧ ਸੰਗਤ ਜੀ ਰੰਗ ਜਿਹੜੇ ਆ ਨਾ, ਇਹ ਸਾਰੇ ਨਾਰਾਇਣ ਦੇ ਪਰਮੇਸ਼ਰ ਦੇ ਹੀ ਹੈ। ਬਾਹਰੋਂ ਰੰਗਾਂ ਦੇ ਵਸਤਰ ਪਹਿਨੇ ਹੋਏ ਹੈ, ਪਰ ਅੰਦਰ ਉਹਨਾਂ ਦਾ ਸਿਧਾਂਤ ਕੀ ਹੈ? ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਕੀ ਹੈ? ਪਰਮੇਸ਼ਰ ਦੇ ਨਾਲ ਇੱਕਮਿਕ ਹੋ ਕਰਕੇ ਅਭੇਦ ਹੋ ਜਾਣ ਦਾ। ਜੇ ਮਹਾਰਾਜ ਦੇ ਖਾਲਸੇ ਦਾ ਸਿਧਾਂਤ ਹੈ ਤੇ ਉਹ ਵੀ ਹੈ ਵਾਹਿਗੁਰੂ ਨਾਲ ਮਿਲਣਾ। ਸੇਵਾ ਪੰਥੀ ਹੈ, ਨਿਰਮਲੇ ਮਹਾਂਪੁਰਖ ਹੈ, ਉਦਾਸੀ ਮਹਾਂਪੁਰਖ ਹੈ। ਸਾਰਿਆਂ ਦਾ ਜਿਹੜਾ ਨਾ ਉਹ ਸਾਧ ਸੰਗਤ ਜੀ ਕੇਂਦਰ ਬਿੰਦੂ ਇੱਕੋ ਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਇਹ ਸਾਰੇ ਪਰਮੇਸ਼ਰ ਦੇ ਹੀ ਬਣਾਏ ਹੋਏ ਰੰਗ ਨੇ। ਬਾਹਰੋਂ ਰੰਗਾਂ ਦੇ ਪਹਿਰਨ ਕਰਕੇ ਜਿਹੜਾ ਸਾਧ ਸੰਗਤ ਜੀ ਉਹ ਵਖਰੇਵਾਂ ਨਹੀਂ ਪੰਥ ਦੇ ਅੰਦਰ ਸਮਝਣਾ ਚਾਹੀਦਾ। ਜੇ ਤੇ ਮਨ ਭਾਵਨ, ਜਿਨ੍ਹਾਂ ਦੀ ਮਹਾਰਾਜ ਨੂੰ ਸਾਧਨਾ ਭਾ ਜਾਂਦੀ ਹੈ ਨਾ, ਚਾਹੇ ਉਹ ਨਿਰਮਲ ਹੈ, ਚਾਹੇ ਉਹ ਉਦਾਸੀ ਹੈ, ਚਾਹੇ ਨਿਹੰਗ ਸਿੰਘ ਹੈ, ਚਾਹੇ ਸੇਵਾ ਪੰਥੀ ਹੈ, ਸਾਧ ਸੰਗਤ ਜੀ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਆਨੰਦ ਪ੍ਰਾਪਤ ਹੋ ਜਾਂਦਾ। ਫਿਰ ਉਹਨੂੰ ਵਾਹਿਗੁਰੂ ਦੀ ਸਾਖਿਆਤਤਾ ਹੋ ਜਾਂਦੀ ਆ। ਹਰ ਲੋੜੇ ਸੋ ਕਰੇ, ਜੋ ਮੇਰਾ ਹਰੀ ਲੋੜਦਾ ਨਾ ਚਾਹੁੰਦਾ ਹੈ ਉਹੋ ਹੀ ਕਰਦਾ ਹੈ। ਮਹਾਰਾਜ ਕਹਿੰਦੇ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਉਹ ਕਿਸੇ ਨੂੰ ਪੁੱਛ ਕੇ ਨਹੀਂ ਸੰਸਾਰ ਸਾਜਦਾ, ਕਿਸੇ ਨੂੰ ਪੁੱਛ ਕੇ ਨਹੀਂ ਆ ਮਹਾਰਾਜ ਵਾਇਰਸ ਛੱਡਿਆ, ਆਪਣੀ ਮਰਜ਼ੀ ਨਾਲ ਹੀ ਛੱਡਦਾ ਹੈ। ਤੇ ਸਾਧ ਸੰਗਤ ਜੀ ਨਿਰੰਕਾਰ ਦੀ ਮੌਜ ਹੀ ਹੈ।
ਤੇ ਭਾਵੇਂ ਕਿ ਹੁੰਦਾ ਤਾਂ ਸਾਰਾ ਕੁਝ ਪਹਿਲਾਂ ਹੀ ਹੈ, ਪਰ ਮਹਾਰਾਜ ਮਨੁੱਖ ਨੂੰ ਕਦੋਂ ਕੀ ਦਿਖਾਉਣ, ਇਹ ਤਾਂ ਮਹਾਰਾਜ ਦੀ ਮਰਜ਼ੀ ਹੈ ਨਾ। ਮਨੁੱਖ ਨੂੰ ਕਈ ਚੀਜ਼ਾਂ ਅਜੇ ਵੀ ਨਹੀਂ ਪਤਾ ਹੈਗੀਆਂ, ਤੇ ਦਾਵਾ ਤਾਂ ਬਹੁਤ ਜ਼ਿਆਦਾ ਮਨੁੱਖ ਕਰਦਾ ਹੈ ਕਿ ਮੈਂ ਤਾਂ ਚੰਦਰਮਾ ਤੱਕ ਪਹੁੰਚ ਚੱਲਿਆ ਜਾਂ ਪਹੁੰਚ ਗਿਆ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋ ਹਰ ਲੋੜ ਹੈ ਸੋ ਕਰੇ, ਜੋ ਵਾਹਿਗੁਰੂ ਲੋੜਦਾ ਚਾਹੁੰਦਾ ਉਹੀ ਕਰਦਾ ਆਪਣੀ ਮੌਜ ਵਿੱਚ, ਸੋਏ ਜਿਆ ਕਰਨ, ਉਹੀ ਉਹਦੇ ਹੁਕਮ ਵਿੱਚ ਬੱਧੇ ਹੋਏ। ਮਹਾਰਾਜ ਕਹਿੰਦੇ ਭਾਈ ਜੀਵ ਅੱਗੇ ਕਰਨ ਕਰਦੇ ਹਨ, ਪਰਮੇਸ਼ਰ ਜੋ ਕਾਰ ਕਰਾਉਂਦਾ ਹੈ। ਮਹਾਰਾਜ ਕਹਿੰਦੇ ਕਾਠ ਕੀ ਪੁੱਤਰੀ ਕਾਹ ਕਰ ਬਪਰੀ ਖਿਲਾਵਨ ਹਾਰੋ ਜਾਣੈ, ਉਹ ਖਿਲਾਉਣ ਵਾਲਾ ਪਰਮੇਸ਼ਰ ਹੀ ਖਿਲਾਉਂਦਾ, ਬਾਕੀ ਸਭ ਕਾਠ ਦੀਆਂ ਪੁਤਲੀਆਂ ਦੀ ਤਰ੍ਹਾਂ ਖੇਡਦੇ ਹਨ। ਜੀਵ ਉਹੋ ਹੀ ਕਰਦੇ ਹੈ ਜੋ ਪਰਮੇਸ਼ਰ ਕਰਵਾਉਂਦਾ ਏ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਤੇ ਮਿਹਰ ਕੀਤੀ ਹੈ ਕਿ ਮੇਰੇ ਆਪਣੇ ਹਨ, ਇਹ ਮੇਰੇ ਹਨ, ਸੇ ਕਹੀਏ ਹੈ ਧਨ। ਹਜੂਰ ਕਹਿੰਦੇ ਭਾਈ ਉਹ ਧਨ ਕਹੇ ਜਾਂਦੇ ਆ, ਉਹ ਧਨਤਾ ਦੇ ਯੋਗ ਹਨ, ਉਹਨਾਂ ਨੂੰ ਧਨ ਹੀ ਕਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਬਣਾ ਲਿਆ ਹੈ। ਇਸੇ ਕਰਕੇ ਕਿਹਾ ਕਿ ਧਨ 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 ਜਾਣੇ ਆਇਆ। ਮਹਾਰਾਜ ਕਹਿੰਦੇ ਭਾਈ ਉਹ ਆਇਆ ਹੋਇਆ ਧਨ ਹੈ, ਉਹਨਾਂ ਦਾ ਜੀਵਨ ਮਨ ਬਾਣੀ ਸਰੀਰ ਕਰਕੇ ਆਪਣ ਲਿਆ ਜੇ ਮਿਲੈ। ਹਜੂਰ ਕਹਿੰਦੇ ਭਾਈ ਆਪਣੇ ਸਾਧਨਾਂ ਦਾ ਲਿਆ ਹੋਇਆ ਜੇ ਪਰਮੇਸ਼ਰ ਮਿਲ ਸਕਦਾ, ਕਿਉਂਕਿ ਹਰ ਕੋਈ ਤਾਂ ਸੋਚਦਾ ਹੈ ਕਿ ਮੈਂ ਬੜੇ ਸਾਧਨ ਕਰ ਸਕਦਾ। ਲਟਕਣ ਨੂੰ ਤਾਂ ਕਈ ਪੁੱਠੇ ਲਟਕਦੇ ਆ, ਤੇ ਫਿਰ ਸਾਧ ਸੰਗਤ ਜੀ ਕਈ ਉਹ ਇੱਕ ਲੱਤ ਦੇ ਭਾਰ ਹੀ ਖੜੇ ਰਹਿੰਦੇ, ਉਹਦਾ ਨਾਂ ਲਿਖਿਆ ਹੁੰਦਾ ਖੜੇ ਸ਼੍ਰੀ, ਕਈਆਂ ਲਿਖਿਆ ਸ਼੍ਰੀ ਸ਼੍ਰੀ ਖੜੇ ਸ਼੍ਰੀ ਜੀ, ਤੇ ਉਹ ਲੱਤ ਸਾਰੀ ਸੁੱਜ ਗਈ ਹੁੰਦੀ ਹੈ। ਤੇ ਇਦਾਂ ਆਪਣੇ ਸਾਧਨਾਂ ਦੇ ਜ਼ੋਰ ਨਾਲ ਆਪਣ ਲਿਆ ਜੇ ਮਿਲੇ। ਮਹਾਰਾਜ ਕਹਿੰਦੇ ਜੇ ਭਾਈ ਪਰਮੇਸ਼ਰ ਮਿਲ ਸਕਦਾ ਹੁੰਦਾ ਆਪਣੇ ਸਾਧਨਾਂ ਦੇ ਲਿਆ ਹੋਇਆ, ਵਿਛੜ ਕਿਉਂ ਰੋਵਨ, ਤੇ ਵਿਛੜੇ ਹੋਏ ਜੀਵ ਕਿਉਂ ਰੋਂਦੇ। ਚਾਹੁੰਦੇ ਤੇ ਸਾਰੇ ਹੀ ਹੈ ਕਿ ਪਰਮੇਸ਼ਰ ਮਿਲ ਪਵੇ, ਪਰ ਮਹਾਰਾਜ ਕਹਿੰਦੇ ਜਿਹਦੇ ਸਾਧਨ ਮੇਰੇ ਵਾਹਿਗੁਰੂ ਨੂੰ ਭਾ ਜਾਣ, ਜਿਹਦੀ ਸ਼ਰਧਾ ਭਾ ਜਾਵੇ, ਜਿਹਦਾ ਪ੍ਰੇਮ ਭਾ ਜਾਵੇ, ਉਹੋ ਹੀ ਮਹਾਰਾਜ ਕਹਿੰਦੇ ਭਾਈ ਪਾ ਸਕਦਾ, ਉਹਦੇ ਗਲੋਂ ਰੋਣਾ ਧੋਣਾ ਲੈਂਦਾ ਹੈ। ਨਹੀਂ ਤਾਂ ਮਹਾਰਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਆਪਣਾ ਸਾਧਨਾਂ ਦਾ ਲਿਆ ਹੋਇਆ ਪਰਮੇਸ਼ਰ ਨਹੀਂ ਮਿਲਦਾ ਹੈ। ਜੇ ਮਿਲ ਪੈਂਦਾ ਹੋਵੇ ਤੇ ਵਿਛੜੇ ਹੋਏ ਜੀਵ ਕਾਹਨੂੰ ਰੋਣ। ਸਾਧੂ ਸੰਗ ਪ੍ਰਾਪਤੇ, ਮਹਾਰਾਜ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਭਾਈ ਸਾਧੂਆਂ ਦੀ ਸੰਗਤ ਕਰਕੇ ਮੇਰੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿੱਥੇ ਸਾਧਨਾ ਦਾ ਮਾਣ ਨਹੀਂ ਰਹਿੰਦਾ, ਜਿੱਥੇ ਹਉਮੈ ਨਿਕਲ ਜਾਂਦੀ ਅੰਦਰੋਂ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪਰ ਪ੍ਰਾਪਤੇ, ਜਦੋਂ ਪਰ ਉਸਤਕ੍ਰਿਸ਼ਟ ਜਿਹੜੀ ਪਤ ਇੱਜ਼ਤ ਰਹਿ ਆਉਂਦੀ ਹੈ ਨਾ, ਉਹ ਇੱਥੇ ਸਾਧ ਸੰਗਤ ਵਿੱਚ ਹੀ ਰਹਿ ਆਉਂਦੀ ਹੈ। ਨਹੀਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਜ਼ਤ ਨੂੰ ਖਰਾਬ ਕਰ ਦਿੰਦੇ ਆ, ਜਮ ਬਹੁਤ ਜ਼ਿਆਦਾ ਦੁਖਦਾਈ ਹੁੰਦੇ ਆ। ਸਾਧੂਆਂ ਦੇ ਨਾਲ ਹੀ ਮਹਾਰਾਜ ਕਹਿੰਦੇ ਪਰ ਉਤਕ੍ਰਿਸ਼ਟ ਜਿਹੜੀ ਪਤ ਰਹਿ ਆਉਂਦੀ ਹੈ, ਪ੍ਰਾਪਤ ਹੋ ਜਾਂਦੀ ਹੈ, ਜਿਹੜੀ ਆਬਰੂ ਜਿਹੜੀ ਆ ਉਹ ਇੱਜ਼ਤ ਰਹਿ ਜਾਂਦੀ ਆ। ਨਾਨਕ ਰੰਗ ਮਾਣਨ, ਹਜੂਰ ਕਹਿੰਦੇ ਭਾਈ ਉਹ ਫਿਰ ਰੰਗ ਆਨੰਦ ਨੂੰ ਮਾਣਦੇ ਆ, ਬ੍ਰਹਮਾ ਆਨੰਦ ਨੂੰ ਮਾਣਦੇ ਆ, ਆਤਮਕ ਆਨੰਦ ਨੂੰ ਮਾਣਦੇ, ਉਸ ਰਸ ਨੂੰ ਮਾਣਦੇ, ਨਿਹਾਲ ਹੁੰਦੇ ਆ। ਹਰ ਜੇਠ ਰੰਗੀਲਾ ਤਿਸ ਧਣੇ, ਧਣੀ ਪਰਮੇਸ਼ਰ ਨੂੰ ਕਹਿੰਦੇ ਆ, ਪਤੀ ਪਰਮਾਤਮਾ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਉਹ ਹਰੀ ਜੋ ਹੈ ਨਾ, ਜੋ ਸਭ ਦਾ ਹੀ ਧਣੀ ਮਾਲਕ ਵੈ, ਉਹ ਰੰਗ ਦਾ ਈਲਾ ਘਰ ਵੈ। ਸੱਚੇ ਪਾਤਸ਼ਾਹ ਕਹਿੰਦੇ ਆਨੰਦ ਦਾ ਘਰ ਹੈ। ਤੋ ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ, ਫਿਰ ਪੜ੍ਹਦੇ ਹੋ ਹਰ ਜੇਠ ਰੰਗੀਲਾ ਤਿਸ ਧਣੇ, ਤਿਸ ਦੇ ਤਾਈ ਮਹਾਰਾਜ ਕਹਿੰਦੇ ਭਾਈ ਉਹ ਆਨੰਦ ਦਾ ਘਰ ਪਰਮੇਸ਼ਰ ਜੋ ਹੈ ਪ੍ਰਾਪਤ ਹੋ ਜਾਂਦਾ ਏ। ਜਿਸ ਕੈ ਭਾਗ ਮਥਨ, ਜਿਸ ਦੇ ਮਥਨ ਮਸਤਕ ਦੇ ਉੱਤੇ ਵਾਹਿਗੁਰੂ ਨੇ ਭਾਗ ਪਾ ਦਿੱਤੇ ਆ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨੂੰ ਭਾਈ ਕੋਈ ਨਾ ਕੋਈ ਬਹਾਨਾ ਹੀ ਬਣ ਜਾਂਦਾ ਹੈ, ਗੁਰੂ ਜੀ ਦੀ ਸੰਗਤ ਮਿਲ ਜਾਂਦੀ ਹੈ। ਜਦੋਂ ਪਰਮੇਸ਼ਰ ਪ੍ਰੇਰਦਾ ਹੈ ਨਾ, ਉਦੋਂ ਕੰਧਾਂ ਵੀ ਉਪਦੇਸ਼ ਦੇਣ ਲੱਗ ਪੈਂਦੀਆਂ। ਇਹੋ ਜੀ ਬਖਸ਼ਿਸ਼ ਵਰਤਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਿਸ ਦੇ ਤਾਈ ਮੇਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਜਿਸ ਦੇ ਮੱਥੇ ਦੇ ਉੱਤੇ ਹਜੂਰ ਕਹਿੰਦੇ ਭਾਈ ਸ਼੍ਰੋਮਣੀ ਭਾਗ ਹੋਣ, ਵਾਹਿਗੁਰੂ ਦੀ ਪ੍ਰਾਪਤੀ ਦਾ ਲੇਖ ਹੋਵੇ, ਉਹਨੂੰ ਮੇਰਾ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਮਨੁੱਖਾ ਜਨਮ ਦੇ ਅੰਦਰ। ਇਹ ਸੱਚੇ ਪਾਤਸ਼ਾਹ ਜੀ ਨੇ ਜੇਠ ਦੇ ਮਹੀਨੇ ਦਾ ਉਪਦੇਸ਼ ਦਿੱਤਾ ਸੀਗਾ ਤਾਂ ਸੀ ਕਿ 2 ਮਹੀਨੇ ਆਪਾਂ ਕਰਾਂਗੇ, ਪਰ ਸਤਿਗੁਰੂ ਕਿਰਪਾ ਕਰਨ ਜਿਵੇਂ ਮਹਾਰਾਜ ਜੀ ਨੂੰ ਪਾਉਂਦਾ ਹੈ। ਕੱਲ ਨੂੰ ਸਾਧ ਸੰਗਤ ਜੀ ਗਰੀਖਮ ਰੁੱਤ ਦਾ ਦੂਸਰਾ ਮਹੀਨਾ ਜਿਹੜਾ ਆਸਾੜ ਤਪੰਦਾ ਤਿਸ ਲੱਗਾ,
ਉਹ ਸੱਚੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰਨਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੇਲਾ ਤਿਸ ਤਾਣੇ ਜਿਸ ਕੈ ਭਾਗ ਮਥਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।